किसान दे कोल आप दी ज़मीन आ, एक कनाल दे विच ਉਹ बहुत सारियां फसलां पैदा करके अपने घर ਦਾ गुजारा कर सकदा। किसान भुੱਖਾ नहीं मरदा। पर ਜਿਹੜੇ लोग शहरां 'ਚ बैठे आ, दुकानदार वर्ग तो ਵਪਾਰ वर्ग तो आ, जिन्हां कोल खेतीबाड़ी ਦਾ कोई साधन नहीं, उन्हां दी ਜ਼ਿੰਦਗੀ बहुत ਔਖੀ हो जानी है। ਜੇ ਆਪਾਂ ਇਸ ਚੀਜ਼ ਨੂੰ ਚੋਣ ਵੱਲ ਨੂੰ ਲੈ ਕੇ ਤੁਰ ਪਾਂਗੇ ਤੇ ਲੋਕਾਂ ਦਾ ਧਿਆਨ ਉਹਨੂੰ ਰੱਦ ਕਰਾਉਣ ਦੀ ਬਜਾਏ ਚੋਣਾਂ ਵੱਲ ਨੂੰ ਜ਼ਿਆਦਾ ਹੋ ਜਾਣਾ। 26 ਤਰੀਕ ਨੂੰ ਆਪਾਂ ਨੂੰ ਸਾਲ ਹੋ ਜਾਣਾ ਉੱਥੇ ਸਰਹੱਦਾਂ ਤੇ ਬੈਠਿਆਂ ਨੂੰ। 700 ਤੋਂ ਪਲੱਸ ਕਿਸਾਨ ਸਾਡਾ ਸ਼ਹੀਦ ਵੀ ਹੋ ਚੁੱਕਾ ਹੈ, ਸਾਰਿਆਂ ਨੂੰ ਪਤਾ। ਬਹੁਤ ਮਾਇਨੇ ਰੱਖਦੀਆਂ ਉਹ ਜਾਨਾਂ। ਜੇ ਆਪਾਂ ਉੱਥੋਂ ਹਾਰ ਕੇ ਵਾਪਸ ਆਉਂਦੇ ਹਾਂ ਸਾਡੇ ਲਈ ਬਹੁਤ ਮਾੜੀ ਗੱਲ। 29 ਤਰੀਕ ਜਿਹੜੀ 29 ਨਵੰਬਰ ਨੂੰ ਕਿ 500 ਕਿਸਾਨ ਪਾਰਲੀਮੈਂਟ ਕੂਚ ਕਰ ਰਹੇ ਟਰੈਕਟਰਾਂ ਦੇ ਉੱਤੇ ਰੋਜ਼, ਜਿੰਨੇ ਦਿਨ ਸੈਸ਼ਨ ਚੱਲੂਗਾ। ਉੱਥੇ ਕਿਸਾਨਾਂ ਨੂੰ ਉਹ ਗ੍ਰਿਫਤਾਰ ਕਰ ਲੈਣ, ਕਿਸਾਨਾਂ ਨੂੰ ਮਾਰ ਦੇਣ, ਕਿਸਾਨਾਂ ਨੂੰ ਉੱਥੇ ਅੰਦੋਲਨ ਕਰਨ ਦੇ ਦੇਣ, ਉੱਥੇ ਬੈਠ ਜਾਣ ਕਿਸਾਨਾਂ ਨੂੰ। ਇਹ ਸਰਕਾਰ ਦਾ ਰਵੱਈਆ ਆ। ਕਿਉਂਕਿ ਕਿਸਾਨ ਘਰੋਂ ਨਿਕਲਿਆ ਹੀ ਇਸ ਚੀਜ਼ ਲਈ ਸੀ ਕਿ ਜਾਂ ਤਾਂ ਰੱਦ ਕਰਾ ਕੇ ਆਵਾਂਗੇ ਜਾਂ ਲੜ ਕੇ ਆਵਾਂਗੇ, ਜੇ ਨਹੀਂ ਵੀ ਕੁਝ ਬਣਦਾ ਮੁੜ ਕੇ ਨਹੀਂ ਅਸੀਂ ਆਉਂਦੇ। ਮੈਂ ਇਸ ਮੁੱਦੇ ਦੇ ਨੌਜਵਾਨੀ ਨੂੰ ਅਪੀਲ ਕਰਨਾ ਚਾਹੁੰਦਾ ਕਿ 365 ਦਿਨ ਹੋ ਗਏ ਹੁਣ। 365 ਨੂੰ ਤੁਸੀਂ ਸਮਝੋ 3,65,000 ਬੰਦਾ 26 ਨਵੰਬਰ ਨੂੰ ਉੱਥੇ ਹੋਣਾ ਚਾਹੀਦਾ। ਤੇ ਸਾਰੇ ਆਪਣੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉਸ ਅੰਦੋਲਨ ਵੱਲ ਜਾਓ। ਤੁਹਾਡੇ ਕਰਕੇ ਸਾਡੇ ਬਾਬੇ ਉੱਥੇ ਬੈਠੇ ਆ, ਤੇ ਜਿੰਨਾ ਕੁ ਤੁਹਾਨੂੰ ਸਮਾਂ ਮਿਲਦਾ ਜ਼ਰੂਰ ਜਾਓ ਤੇ ਇਸ ਅੰਦੋਲਨ ਦਾ ਹਿੱਸਾ ਬਣੋ। ਤੇ 500 ਕਿਸਾਨਾਂ ਦੇ ਜੱਥੇ ਦੇ ਵਿੱਚ ਤੁਸੀਂ ਉਹਨਾਂ ਬਜ਼ੁਰਗਾਂ ਤੇ ਮੂਹਰੇ ਲਾ ਕੇ ਉਸ ਚੀਜ਼ ਨੂੰ ਲੀਡ ਕਰਦੇ ਅੱਗੇ ਜਾਓ। ਪੂਰਾ 1 ਸਾਲ ਹੋ ਚੱਲਿਆ ਆ ਕਿਸਾਨਾਂ ਵੱਲੋਂ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਜਿਹੜਾ ਆ ਸੈਂਟਰ ਸਰਕਾਰ ਦੇ ਖਿਲਾਫ 3 ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜਾ ਉਹ ਸੰਘਰਸ਼ ਚੱਲਿਆ ਆ ਰਿਹਾ ਆ। ਪੂਰਾ 1 ਸਾਲ ਜਿਹੜਾ ਹੋਣ ਨੂੰ ਹੋ ਚੱਲਿਆ ਆ। ਜਿਹੜੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਬਹੁਤ ਸਾਰੀ ਗੱਲਬਾਤ ਵੀ ਹੋ ਚੁੱਕੀ ਹੈ। ਕਿਸਾਨਾਂ ਵੱਲੋਂ ਬਹੁਤ ਸਾਰੇ ਐਕਸ਼ਨ ਵੀ ਕੀਤੇ ਗਏ ਆ, ਸਰਕਾਰ ਵੱਲੋਂ ਬਹੁਤ ਸਾਰੀਆਂ ਪ੍ਰਪੋਜ਼ਲਾਂ ਵੀ ਆਈਆਂ ਆ। ਪਰ ਇਹਨਾਂ ਕਸ਼ਮਕਸ਼ ਦੇ ਵਿੱਚ ਜਿਹੜਾ ਆ ਇਹ ਸੰਘਰਸ਼ ਅਜੇ ਵੀ ਚੱਲਦਾ ਪਿਆ। ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਦੂਸਰੇ ਪਾਸੇ ਜੇ ਸੰਯੁਕਤ ਮੋਰਚੇ ਦੀ ਗੱਲ ਕਰੀਏ ਤਾਂ ਉਹ ਵੀ ਆਪਣੇ ਜਿਹੜੇ ਸੰਘਰਸ਼ 'ਤੇ ਵਾਹਿਦ ਹੈ ਕਿ ਹਰ ਹਾਲ ਜਿਹੜੇ ਆ ਕਾਨੂੰਨ ਰੱਦ ਹੀ ਹੋਣੇ ਚਾਹੀਦੇ ਆ। ਉਹਦੇ ਵਿੱਚ ਜਿਹੜਾ ਆ ਕੋਈ ਵੀ ਸੁਧਾਰ ਜਿਹੜਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਇਸ ਪੂਰੇ ਸਾਲ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਵੱਲੋਂ ਜਿਹੜੇ ਐਕਸ਼ਨ ਵੀ ਕੀਤੇ ਗਏ, ਸਰਕਾਰ ਵੱਲੋਂ ਸਾਜ਼ਿਸ਼ਾਂ ਵੀ ਕੀਤੀਆਂ ਗਈਆਂ। ਇਹਦੇ ਦੌਰਾਨ ਇੱਕ ਜਿਹੜੀ ਅਹਿਮ ਘਟਨਾ ਹੁੰਦੀ ਹੈ, ਚਾਹੇ ਉਹ 26 ਜਨਵਰੀ ਦੀ ਲੈ ਲਈਏ, ਉਸ ਤੋਂ ਬਾਅਦ ਕਿਸਾਨਾਂ ਨੇ ਸੰਭਲਦੇ ਹੋਏ ਜਿਹੜੀ ਇੱਕ ਵੱਡਾ ਐਕਸ਼ਨ ਜਿਹੜੀ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਕੀਤਾ ਆ। ਜਦੋਂ ਵੀ ਔਰ ਪੂਰੀ ਦੁਨੀਆ ਦੇ ਵਿੱਚ ਉਸ ਦਾ ਮੈਸੇਜ ਗਿਆ ਉਹ ਸੀਗਾ ਜਿਹੜੀ ਦੇਸ਼ ਦੀ ਸੰਸਦ ਦੇ ਬਰਾਬਰ ਕਿਸਾਨਾਂ ਨੇ ਬਰਾਬਰ ਜਿਹੜੀ ਸੰਸਦ ਚਲਾ ਕੇ ਪੂਰੀ ਦੁਨੀਆ ਨੂੰ, ਦੇਸ਼ ਨੂੰ ਆਪਣਾ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਨੇ ਵੀ ਆਪਣੀ ਭੂਮਿਕਾ ਨਿਭਾਈ। ਇੰਡੀਵਿਜੂਅਲ ਵੀ ਬਹੁਤ ਸਾਰੇ ਲੀਡਰਾਂ ਨੇ, ਕਿਸਾਨ ਲੀਡਰਾਂ ਨੇ ਤੇ ਨੌਜਵਾਨਾਂ ਨੇ ਵੀ ਆਪਣੀ ਜਿਹੜੀ ਭੂਮਿਕਾ ਨਿਭਾਈ ਹੈ। ਜੇ ਆਪਾਂ ਕਿਸਾਨ ਸੰਸਦ ਦੀ ਗੱਲ ਕਰ ਲਈਏ, ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਸੀਗਾ, ਵੱਡਾ ਸਿਸਟਮ ਸੀਗਾ। ਉਹਨੂੰ ਪੁਰ ਚੜ੍ਹਾਉਣ ਵਾਸਤੇ ਬਹੁਤ ਸਾਰੇ ਜਿਹੜੇ ਲੋਕਾਂ ਨੇ ਜਿਹੜੀ ਅਹਿਮ ਭੂਮਿਕਾ ਨਿਭਾਈ। ਉਹਨਾਂ ਵਿੱਚੋਂ ਇੱਕ ਸਾਡੇ ਨਾਲ ਅੱਜ ਮੌਜੂਦ ਨੇ ਗਗਨਦੀਪ ਸਿੰਘ, ਜਿਨ੍ਹਾਂ ਨੇ ਕਿ ਉਸ ਸੰਸਦ ਦੇ ਵਿੱਚ ਡਿਪਟੀ ਸਪੀਕਰ ਦੀ ਭੂਮਿਕਾ ਨਿਭਾਈ ਸੀਗੀ। ਸਾਡੇ ਨਾਲ ਮੌਜੂਦ ਹੈ। ਕਿਸਾਨ ਸੰਘਰਸ਼ ਦੇ ਪੂਰੀ ਚਰਚਾ, ਉਹ ਸੰਸਦ ਨੂੰ ਲੈ ਕੇ ਮੌਜੂਦਾ ਹਾਲਾਤ ਹੁਣ ਕੀ ਨੇ, ਇਹਨਾਂ ਨਾਲ ਅਸੀਂ ਕਰਾਂਗੇ ਵਿਚਾਰ ਵਟਾਂਦਰਾ। ਐਡਵੋਕੇਟ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ, ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਜੀ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ, ਪੱਤਰਕਾਰੀ ਦੇ ਸਮੇਂ 'ਚੋਂ ਸਮਾਂ ਕੱਢ ਕੇ ਕਿਸਾਨ ਅੰਦੋਲਨ ਦੇ ਜੋ ਚੱਲ ਰਿਹਾ, ਜੋ ਹੋਇਆ, ਉਸ ਬਾਰੇ ਸਲਾਹ ਕਰਨ, ਪੁੱਛਣ ਕਿ ਕੀ ਹੋਵੇਗਾ ਤੇ ਕੀ ਹੋਇਆ, ਉਹਦੇ ਵਾਸਤੇ ਤੁਸੀਂ ਸਾਡੇ ਕੋਲ ਪਹੁੰਚੇ ਹੋ। ਤੇ ਸਭ ਤੋਂ ਪਹਿਲਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜੋ ਵੀ ਆਡੀਅנס ਤੁਹਾਡੇ ਇਸ ਚੈਨਲ ਰਾਹੀਂ ਇਹ ਜੋ ਤੁਹਾਡੀ ਅੱਜ ਦੀ ਇੰਟਰਵਿਊ ਦੇਖੇਗੀ, ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਐਡਵੋਕੇਟ ਸਾਹਿਬ ਉਹੀ ਜਿੱਥਾਂ ਆਪਾਂ ਗੱਲ ਕੀਤੀ ਹੈ ਸੰਘਰਸ਼ ਦੀ ਗੱਲ ਕੀਤੀ ਹੈ ਪੜਾਅ ਪੜਾਅ ਹੁਣ ਪੂਰਾ ਸਾਲ ਹੋ ਚੱਲਿਆ ਹੈ ਅਸੀਂ ਜਿਸ ਤਰ੍ਹਾਂ ਇੱਕ ਵੱਡੇ ਐਕਸ਼ਨ ਸੰਸਦ ਦੇ ਖਿਲਾਫ ਜਿਹੜੀ ਸੰਸਦ ਚਲਾਈ ਗਈ ਹੈ ਉਹਦੇ ਵਿੱਚ ਤੁਸੀਂ ਵੀ ਭੂਮਿਕਾ ਨਿਭਾਈ ਹੈ ਅਸੀਂ ਉੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ ਵੀ ਜਿਹੜਾ ਉਹ ਐਕਸ਼ਨ ਸੀਗਾ ਕਿਸ ਤਰ੍ਹਾਂ ਤੇ ਕਿੰਨਾ ਕੁ ਸਾਰਥਕ ਹੋਇਆ ਤੇ ਸਰਕਾਰ ਤੇ ਜਾਂ ਦੁਨੀਆ ਦੇ ਵਿੱਚ ਉਹਦਾ ਕੀ ਮੈਸੇਜ ਗਿਆ ਜੀ। ਉਹ ਜਿਹੜਾ ਸੰਸਦ ਪੀਰੀਅਡ ਕਿਸਾਨਾਂ ਨੇ ਚਲਾਇਆ ਸੀ ਉਹ ਇੱਕ ਦੁਨੀਆ ਦੇ ਇਤਿਹਾਸ 'ਚ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਗਿਆ। ਉਸ ਸੈਸ਼ਨ ਨੇ ਦੁਨੀਆ ਦੇ ਵੱਖ-ਵੱਖ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਭਾਈਚਾਰਾ ਬੈਠਾ ਜਾਂ ਕਿਸੇ ਹੋਰ ਕਮਿਊਨਿਟੀ ਤੋਂ ਵੀ ਬਿਲੋਂਗ ਕਰਦੇ ਆ ਦੁਨੀਆ ਦੇ ਵਿੱਚ ਇੱਕ ਵਧੀਆ ਮੈਸੇਜ ਦਿੱਤਾ ਕਿ ਜਦੋਂ ਸਰਕਾਰ ਅੜੀਅਲ ਰਵੱਈਆ ਲੈ ਆਵੇ ਤਾਂ ਲੋਕ ਆਪਣੇ ਆਪ ਸਰਕਾਰ ਨੂੰ ਦੱਸ ਸਕਦੇ ਆ ਕਿ ਸਾਡੀ ਪਾਵਰ ਕੀ ਆ ਕਿ ਸਰਕਾਰ ਨੂੰ ਕਿਵੇਂ ਚਲਾਇਆ ਜਾ ਸਕਦਾ ਤੇ ਜਿਹੜਾ ਸਰਕਾਰ ਦਾ ਕੰਮ ਆ ਸੈਸ਼ਨ ਚਲਾਉਣਾ ਕਾਨੂੰਨ ਬਣਾਉਣੇ ਕਾਨੂੰਨਾਂ ਨੂੰ ਇੰਪਲੀਮੈਂਟ ਕਰਨਾ ਸਰਕਾਰ ਦਾ ਕੰਮ ਆ ਲੋਕਾਂ ਨੂੰ ਦੇਖਦੇ ਹੋਏ ਕਿ ਉਹ ਸਰਕਾਰ ਨੂੰ ਕਿਵੇਂ ਚਲਾਉਣੀ ਚਾਹੀਦੀ ਆ। ਇਹ ਬਹੁਤ ਵਧੀਆ ਉਪਰਾਲਾ ਰਿਹਾ ਸੰਯੁਕਤ ਕਿਸਾਨ ਮੋਰਚੇ ਦਾ ਤੇ ਉਸ ਉਪਰਾਲੇ ਦੇ ਵਿੱਚ ਮੈਨੂੰ ਡਿਪਟੀ ਸਪੀਕਰ ਬਣਨ ਦਾ ਮੌਕਾ ਮਿਲਿਆ ਤੇ ਉਹ ਸੈਸ਼ਨ ਸਾਡਾ ਘੱਟੋ ਘੱਟ 10 ਤੋਂ 12 ਦਿਨ ਚੱਲਿਆ ਸੀ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਉਸ ਸੈਸ਼ਨ ਦਾ ਤੇ ਉਸ ਸੈਸ਼ਨ ਨੇ ਲੋਕਾਂ ਨੂੰ ਬਹੁਤ ਅਵੇਅਰ ਕੀਤਾ ਤੇ ਸਭ ਤੋਂ ਬੜੀ ਗੱਲ ਲੋਕਾਂ 'ਚ ਕੌਨਫੀਡੈਂਸ ਲਿਆਤਾ ਕਿ ਅਸੀਂ ਆਪਣੇ ਹੱਕਾਂ ਦੇ ਲਈ ਆਪ ਖੜ ਸਕਦੇ ਹਾਂ ਤੇ ਸਰਕਾਰ ਤੱਕ ਵਧੀਆ ਢੰਗ ਦੇ ਨਾਲ ਪੜ੍ਹੇ ਲਿਖੇ ਢੰਗ ਦੇ ਨਾਲ ਹੁੱਲੜਬਾਜ਼ੀ ਕਰਕੇ ਨਹੀਂ ਪੜ੍ਹੇ ਲਿਖੇ ਢੰਗ ਦੇ ਨਾਲ ਵਧੀਆ ਮੈਸੇਜ ਪਹੁੰਚਾ ਸਕਦੇ ਹਾਂ। ਤੇ ਆਪਾਂ ਇਹ ਵੀ ਚਾਹਾਂਗੇ ਵੀ ਜਿੱਦਾਂ ਸਾਡੇ ਜਿਹੜੀ ਆਡੀਅנס ਹੈ ਕਿਸਾਨ ਨੇ ਜਾਂ ਲੋਕ ਸਾਨੂੰ ਜਿਹੜੇ ਸੁਣ ਰਹੇ ਆ ਆਪਾਂ ਇਹ ਵੀ ਜਾਣਨਾ ਚਾਹਾਂਗੇ ਵੀ ਦੇਸ਼ ਦੀ ਸੰਸਦ ਦੇ ਵਿੱਚ ਕੀ ਹੁੰਦਾ ਤੇ ਕਿਸਾਨ ਸੰਸਦ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਹਨੂੰ ਫਾਰਮੈਟ ਕੀਤਾ ਕਿਸ ਤਰ੍ਹਾਂ ਜਿਹੜੀਆਂ ਉਹਨੂੰ ਚਲਾਇਆ ਜਾਂਦਾ ਸੀਗਾ ਕੌਣ ਉਹਦੇ 'ਚ ਹਾਜ਼ਰ ਹੁੰਦੇ ਤੇ ਉਹਦੇ ਵਿੱਚ ਕੀ ਵਿਚਾਰ ਨਿਕਲ ਕੇ ਸਾਹਮਣੇ ਆਏ। ਦੇਖੋ ਦੇਸ਼ ਦੀ ਸੰਸਦ ਆਪਾਂ ਦੇਖਦੇ ਹਾਂ ਉਹ ਇੱਕ ਸੰਸਦ ਕੋਈ ਵੀ ਆ ਰਾਜ ਸਭਾ ਕੋਈ ਵਿਧਾਨ ਸਭਾ ਕੁਛ ਵੀ ਆ ਜਦੋਂ ਕੋਈ ਸੈਸ਼ਨ ਲੱਗਦਾ ਤੇ ਉੱਥੇ MP MLAs ਵੱਖਰੀਆਂ ਸਟੇਟਾਂ ਤੋਂ ਪਹੁੰਚਦੇ ਆ ਉਹ ਆਪਣੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਆ। ਇਸੇ ਤਰ੍ਹਾਂ ਜਿਹੜੀ ਕਿਸਾਨਾਂ ਨੇ ਸੰਸਦ ਲਾਈ ਸੀ ਪੂਰੇ ਭਾਰਤ ਦੇ ਵਿੱਚੋਂ ਵੱਖਰੀਆਂ ਸਟੇਟਾਂ ਤੋਂ ਕਿਸਾਨ ਪਹੁੰਚੇ ਸੀ ਉੱਥੇ ਕਿਸਾਨ ਲੀਡਰ ਪਹੁੰਚੇ ਸਨ ਸੂਝਵਾਨ ਬੰਦੇ ਪਹੁੰਚੇ ਸਨ ਜਿਨ੍ਹਾਂ ਦੀ ਬਹੁਤ ਸਟੱਡੀ ਕੀਤੀ ਹੋਈ ਆ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਕਿ ਖੇਤੀ ਨਾਲ ਕੀ ਹੋਇਆ ਸੀ ਖੇਤੀ ਨਾਲ ਕੀ ਹੋ ਰਿਹਾ ਤੇ ਆਉਣ ਵਾਲੇ ਸਮੇਂ 'ਚ ਕੀ ਹੋਵੇਗਾ। ਬਹੁਤ ਸੂਝਵਾਨ ਬੰਦੇ ਉਸ ਸੈਸ਼ਨ ਦੇ ਵਿੱਚ ਜਿਹੜੀ ਕਿਸਾਨਾਂ ਦੁਆਰਾ ਸੰਸਦ ਚਲਾਈ ਸੀ ਉਹਨੂੰ ਚਲਾਉਣ ਦੇ ਵਿੱਚ ਸਫਲ ਰਹੇ ਨੇ ਤੇ ਉਹ ਸੰਸਦ ਏਡਾ ਬੜਾ ਮੈਸੇਜ ਸੀਗਾ। ਪਾਰਲੀਮੈਂਟ ਦੇ ਅੱਗੇ ਕਿਸਾਨਾਂ ਦੀ ਜਿਹੜੀ ਸੰਸਦ ਲੱਗੀ ਉਹਦੇ ਵਿੱਚ ਸੈਸ਼ਨ ਵੰਡੇ ਹੁੰਦੇ ਸੀ 3 ਸੈਸ਼ਨ ਸੀਗੇ ਜਿੱਦਾਂ 3 ਖੇਤੀ ਕਾਨੂੰਨਾਂ ਦੇ ਬਾਰੇ ਉਹਦੇ ਉੱਤੇ ਡਿਸਕਸ ਕੀਤੀ ਜਾਂਦੀ ਸੀ। ਕਿਸੇ ਦਿਨ ਇੱਕ ਖੇਤੀ ਕਾਨੂੰਨ ਨੂੰ ਚੂਜ਼ ਕਰ ਲਿਆ ਉੱਤੇ ਉਸ ਬਾਰੇ ਪਹਿਲਾਂ ਪੜ੍ਹਿਆ ਜਾਂਦਾ ਸੀ ਕਿ ਕੀ ਹੈ ਇਹਦੇ ਵਿੱਚ ਲੋਕਾਂ ਨੂੰ ਦੱਸਿਆ ਜਾਂਦਾ ਸੀ ਫਿਰ ਉੱਤੇ ਜਿਹੜੇ ਸੰਸਦ ਦੇ ਵਿੱਚ ਜਿਹੜੇ ਆਪਣੇ ਬੈਠੇ ਹੁੰਦੇ ਆ ਜਿਵੇਂ ਆਪਣੀ ਸੰਸਦ ਦੇ ਵਿੱਚ MLA MP ਸਮਾਨ ਬੈਠੇ ਹੁੰਦੇ ਆ ਇੱਦਾਂ ਹੀ ਸਾਡੇ ਮੂਹਰੇ ਕਿਸਾਨ MLA MP ਸਮਾਨ ਬੈਠੇ ਸੀ ਉਹਨਾਂ ਦੀ ਰਾਏ ਲਈ ਗਈ ਕਿ ਇਹਦੇ ਕੀ ਨੁਕਸਾਨ ਆ ਰੱਦ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਤੇ ਜਦੋਂ ਤੀਜਾ ਸੈਸ਼ਨ ਲੱਗਦਾ ਹੁੰਦਾ ਸੀ ਉਹਦਾ ਤਾਂ ਉਹਦੇ ਵਿੱਚ ਇੱਕ ਮਤਾ ਪਾ ਕੇ ਜੋ ਠੀਕ ਸੀ ਉਹ ਗੱਲ ਨੂੰ ਠੀਕ ਕਹਿੰਦੇ ਸੀ ਜਿਹੜੀ ਗੱਲ ਗਲਤ ਸੀ ਤਾਂ ਉਹਨੂੰ ਰੱਦ ਕੀਤਾ ਜਾਂਦਾ ਸੀ ਤੇ ਇਹ 3 ਖੇਤੀ ਕਾਨੂੰਨਾਂ ਤੇ ਇਹ ਸੰਸਦ ਚੱਲੀ ਤੇ ਇਹਦੇ ਵਿੱਚ ਇੱਕ ਕਾਨੂੰਨ ਨੂੰ 2 ਤੋਂ 3 ਦਿਨ ਡਿਸਕਸ ਕੀਤਾ ਜਾਂਦਾ ਸੀ ਤੀਜੇ ਦਿਨ ਡਿਸਾਈਡ ਕੀਤਾ ਜਾਂਦਾ ਸੀ ਤਾਂ ਕਿ ਆਪਣਾ ਉਹ ਪੀਰੀਅਡ ਨੂੰ ਪੂਰਾ ਕਿਸਾਨਾਂ ਨੂੰ ਸਮਝਾਇਆ ਜਾ ਸਕੇ ਕਿ ਕੀ ਆ ਇਹਦੇ ਕੀ ਨੁਕਸਾਨ ਆ। ਕਿਸਾਨਾਂ ਨੇ ਉਸ ਸੰਸਦ ਰਾਹੀਂ ਪੂਰੇ ਭਾਰਤ ਨੂੰ ਤੇ ਪੂਰੇ ਵਿਸ਼ਵ ਨੂੰ ਦੱਸਤਾ ਕਿ ਇਹ ਕਿੰਨੇ ਕੁ ਹਾਰਮਫੁਲ ਆ ਇੱਕ ਕਿਸਾਨੀ ਨੂੰ ਛੱਡ ਕੇ ਹੋਰ ਆਮ ਕਿੱਤਿਆਂ ਦੇ ਲੋਕਾਂ ਦੇ ਲਈ ਕਿਉਂਕਿ ਕਿਸਾਨ ਦੇ ਕੋਲ ਇੰਨੀ ਕੁ ਜ਼ਮੀਨ ਉਹਦਾ ਇਹੀ ਮੋਟਿਵ ਸੀਗਾ ਕਿ ਕਿਸਾਨ ਦੇ ਕੋਲ ਆਪ ਦੀ ਜ਼ਮੀਨ ਆ ਇੱਕ ਕਨਾਲ ਦੇ ਵਿੱਚ ਉਹ ਬਹੁਤ ਸਾਰੀਆਂ ਫਸਲਾਂ ਪੈਦਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਦਾ ਕਿਸਾਨ ਭੁੱਖਾ ਨਹੀਂ ਮਰਦਾ। ਪਰ ਜਿਹੜੇ ਲੋਕ ਸ਼ਹਿਰਾਂ 'ਚ ਬੈਠੇ ਆ ਦੁਕਾਨਦਾਰ ਵਰਗ ਤੋਂ ਵਪਾਰ ਵਰਗ ਤੋਂ ਆਮ ਕੋਈ ਨੌਕਰੀਆਂ ਕਰਦੇ ਆ ਜਿਨ੍ਹਾਂ ਕੋਲ ਖੇਤੀਬਾੜੀ ਦਾ ਕੋਈ ਸਾਧਨ ਨਹੀਂ ਉਹਨਾਂ ਦੀ ਜ਼ਿੰਦਗੀ ਬਹੁਤ ਔਖੀ ਹੋ ਜਾਣੀ ਆ ਜੇ ਕਾਨੂੰਨ ਰੱਦ ਹੋ ਗਏ। ਇਹ ਸਮਝਾਉਣ ਦੀ ਕੋਸ਼ਿਸ਼ ਮੈਂ ਗਲਤ ਥੋੜਾ ਕਹਿ ਗਿਆ ਕਿ ਜੇ ਕਾਨੂੰਨ ਇੰਪਲੀਮੈਂਟ ਹੁੰਦੇ ਆ ਤਾਂ ਉਹਨਾਂ ਦਾ ਜ਼ਿੰਦਗੀ ਔਖੀ ਹੋ ਜਾਣੀ ਆ ਤੇ ਜੇ ਰੱਦ ਹੁੰਦੇ ਆ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਵਧੀਆ ਹੋਣੀ ਆ ਤੇ ਇਹੀ ਸੀਗਾ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਇਹਦੇ ਕੀ ਨੁਕਸਾਨ ਆ ਫਾਇਦੇ ਤਾਂ ਹੈ ਹੀ ਨਹੀਂ ਉਹ ਤੁਹਾਨੂੰ ਸਭ ਨੂੰ ਪਤਾ ਕਿ ਨੁਕਸਾਨ ਹੀ ਨੁਕਸਾਨ ਆ 1 ਸਾਲ ਤੋਂ ਅਸੀਂ ਉੱਤੇ ਸਰਹੱਦਾਂ ਨਹੀਂ ਪਰ ਜਿੱਦਾਂ ਸਰਕਾਰ ਅਜੇ ਤੱਕ ਵੀ ਇਹ ਗੱਲ ਕਹਿ ਰਹੀ ਹੈ ਸਰਕਾਰ ਦੇ ਮੰਤਰੀ ਵੀ ਇਹ ਗੱਲ ਕਹਿ ਰਹੇ ਆ ਵੀ ਜਿਹੜਾ ਇਹ ਕਾਨੂੰਨ ਹੈ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਪਰ ਕੁਛ ਕੁ ਕਿਸਾਨ ਉਹਨਾਂ ਦਾ ਕਹਿਣਾ ਵੀ ਰੌਲਾ ਪਾ ਰਹੇ ਆ ਜ਼ਿਆਦਾਤਰ ਕਿਸਾਨ ਸਾਡੇ ਨਾਲ ਹੈ ਕਿਸਾਨ ਦੀ ਬਿਹਤਰੀ ਵਿੱਚ ਹੈ। ਦੇਖੋ ਆਪਾਂ ਦੂਰ ਨਹੀਂ ਜਾਂਦੇ
ਆਪਣੇ ਆਪਣੇ ਏਰੀਏ ਦੇ ਵਿੱਚ ਤੁਸੀਂ ਚਲੇ ਜਾਓ, ਇੱਕ ਛੋਟੇ ਜਿਹੇ ਬੱਚੇ ਨੂੰ ਪੁੱਛ ਕੇ ਦੇਖ ਲਓ ਕਿ ਆ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਲਿਆਂਦੇ ਆ ਇਹ ਸਹੀ ਆ ਕਿ ਗਲਤ ਆ, ਤਾਂ ਛੋਟੇ ਜਿਹੇ ਬੱਚੇ ਦੇ ਮੂੰਹੋਂ ਇਹੀ ਨਿਕਲੂਗਾ ਕਿ ਮੋਦੀ ਤਾਂ ਸਾਰਿਆਂ ਨੂੰ ਮਾਰਨ ਤੁਰਿਆ ਹੋਇਆ। ਇਹੀ ਗੱਲ ਨਿਕਲਦੀ ਹੈ ਹਰੇਕ ਦੇ ਲਈ। ਦੇਖੋ, ਸਰਕਾਰ ਦਾ ਕੰਮ ਹੁੰਦਾ ਲੋਕਾਂ ਨੂੰ ਖੁਸ਼ਹਾਲ ਕਰਨਾ। ਸਰਕਾਰ ਦਾ ਕੰਮ ਆ ਲੋਕਾਂ ਨੂੰ ਦੇਖਣਾ ਕਿ ਲੋਕ ਚਾਹੁੰਦੇ ਕੀ ਆ। ਜੇ ਲੋਕ ਚਾਹੁੰਦੇ ਨਹੀਂ ਉਹ ਚੀਜ਼ ਹੋਵੇ ਤਾਂ ਤੁਸੀਂ ਉਹਨੂੰ ਧੱਕੇ ਨਾਲ ਇੰਪਲੀਮੈਂਟ ਕਿਉਂ ਕਰ ਰਹੇ ਹੋ? ਤੁਹਾਨੂੰ ਜਦੋਂ ਆਪਾਂ ਕੋਈ ਕਾਨੂੰਨ ਪਾਸ ਕਰਨਾ, ਵੱਡੇ ਵੱਡੇ ਖੇਤੀ ਦੇ ਮਾਹਰ ਬੈਠੇ ਆ ਕਿ ਕੀ ਪਾਉਣਾ ਫਸਲ ਨੂੰ, ਕੀ ਦੇਣਾ, ਕੀ ਨੁਕਸਾਨ ਆ, ਕਿਹੜੀ ਫਸਲ ਪੰਜਾਬ 'ਚ ਵਧੀਆ ਹੋ ਸਕਦੀ ਹੈ, ਕਿਹੜੀ ਨਹੀਂ ਹੋ ਸਕਦੀ, ਉਹਨਾਂ ਨਾਲ ਸਲਾਹ ਕਰਕੇ ਸਰਕਾਰ ਨੂੰ ਇਹ ਕਾਨੂੰਨ ਬਣਾਉਣੇ ਚਾਹੀਦੇ ਸੀ। ਖੇਤੀ ਤੇ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਸੀ, ਪਰ ਇੱਦਾਂ ਦੇ ਕਾਨੂੰਨ ਬਣਨੇ ਚਾਹੀਦੇ ਸੀ ਜੋ ਸਾਡਾ ਮੰਡੀਕਰਨ ਸਿਸਟਮ ਆ, ਜੋ ਕਿਸਾਨਾਂ ਦੇ ਉੱਤੇ ਕਰਜ਼ ਆ, ਉਹ ਘਟਾਇਆ ਜਾ ਸਕੇ। ਮੰਡੀਕਰਨ ਸਿਸਟਮ ਨੂੰ ਇੰਪਲੀਮੈਂਟ ਕਰਕੇ ਸਰਕਾਰੀ ਖਰੀਦ ਨੂੰ ਵਧਾਇਆ ਜਾ ਸਕੇ। ਇਹ ਥੋੜ੍ਹੀ ਆ ਕਿ ਤੁਸੀਂ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਵੱਲ ਨੂੰ ਤੁਰ ਪਓ, ਸਰਕਾਰੀ ਖਰੀਦ ਤੁਹਾਡੀ ਖਤਮ ਹੋ ਜਾਵੇ ਤੇ ਪ੍ਰਾਈਵੇਟ ਜਿਹੜੇ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਬੜੀਆਂ ਬੜੀਆਂ ਕੰਪਨੀਆਂ ਆ ਜੋ ਤੁਹਾਡੇ ਤੇਲ ਤੇ ਕੰਟਰੋਲ ਕਰਦੇ ਆ, ਖਾਣ ਵਾਲੇ ਤੇਲ ਤੇ ਕੰਟਰੋਲ ਕਰਦੇ ਆ, ਤੁਹਾਡੀਆਂ ਹੋਰ ਫਸਲਾਂ ਤੇ ਕੰਟਰੋਲ ਕਰਦੇ ਆ, ਤੁਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਦਿਓ ਤੇ ਕਿਸਾਨਾਂ ਨੂੰ ਤੁਸੀਂ ਡਾਊਨ ਕਰ ਦਿਓ। ਇਹ ਇਸੇ ਚੀਜ਼ ਨੂੰ ਲੈ ਕੇ ਇਹ ਕਿਸਾਨਾਂ ਦਾ ਪੱਖ ਰੱਖਿਆ, ਤੁਸੀਂ ਇੱਕ ਐਡਵੋਕੇਟ ਹੋਣ ਦੇ ਨਾਂ ਤੇ ਵੀ ਆਪਾਂ ਡਿਸਕਸ ਵੀ ਕੀਤੀ ਵੀ ਸਰਕਾਰ ਦਾ ਪੱਖ ਹੀ ਹੈ। 1 ਸਾਲ ਹੋ ਚੱਲਿਆ ਸ਼ੁਰੂ ਤੋਂ ਲੈ ਕੇ ਹੁਣ ਇਸ ਜਿਹੜੇ ਸੰਘਰਸ਼ ਨੂੰ ਤੁਸੀਂ ਦੇਖਦੇ ਕਿਹੜੇ ਕਿਹੜੇ ਪੜਾਵਾਂ ਚੋਂ ਨਿਕਲਿਆ ਤੇ ਉਹਦੇ 'ਚ ਸਰਕਾਰ ਤੇ ਕਿੰਨੀ ਕੁ ਝੁਕੀ ਹੈ ਜਾਂ ਕਿੰਨਾ ਕੁ ਅਸਰ ਹੋਇਆ? ਦੇਖੋ, ਸਰਕਾਰ ਤੇ ਅਸਰ ਤਾਂ ਬਹੁਤ ਆ ਜੀ। 1 ਸਾਲ ਤੋਂ ਘਰਾਂ ਚੋਂ ਬਾਹਰ ਨਿਕਲ ਕੇ ਸੜਕ ਤੇ ਬਹਿਣਾ ਬਹੁਤ ਔਖੀ ਗੱਲ ਆ। ਜਿਹੜੇ ਕੁਛ ਵੀਰ ਇਹ ਵੀ ਸੋਚਦੇ ਆ ਕਿ ਉਹ ਉੱਥੇ ਇੰਜੋਇਮੈਂਟ ਕਰਦੇ, ਇਦਾਂ ਦਾ ਕੁਛ ਨਹੀਂ ਆ। ਇੱਕ ਦਿਨ ਸੜਕ ਤੇ ਤੰਬੂ ਤੇ ਕੱਟਣਾ ਔਖਾ ਹੋ ਜਾਂਦਾ, ਕਿਉਂਕਿ ਤੰਬੂ 'ਚ ਰਹਿ ਸਕਦਾ ਬੰਦਾ, ਰਹਿਣ ਦੇ ਲਈ ਹੋਰ ਪ੍ਰਬੰਧ ਵੀ ਕਰਨੇ ਪੈਂਦੇ, ਖਾਣ ਦੇ ਪ੍ਰਬੰਧ ਕਰਨੇ ਆ। ਜੇ ਗਰਮੀਆਂ ਤਾਂ ਪੱਖਾ ਚਾਹੀਦਾ, ਜੇ ਠੰਡ ਆ ਤਾਂ ਕੰਬਲ ਚਾਹੀਦਾ, ਸਵੇਰ ਨੂੰ ਬ੍ਰੇਕਫਾਸਟ ਕੀ ਕਰਨਾ, ਰਾਤ ਨੂੰ ਕੀ ਬਣਾਉਣਾ, ਜਿੱਦਾਂ ਸਾਡੇ ਘਰ ਦੀ ਰੂਟੀਨ ਹੁੰਦੀ ਆ ਉਹ ਚੀਜ਼ਾਂ ਉੱਥੇ ਸਾਰੀਆਂ ਕਰਨੀਆਂ ਪੈਂਦੀਆਂ। ਦੇਖੋ, ਸਰਕਾਰ ਤੇ ਦਬਾਅ ਬਹੁਤ ਆ। ਜੇ ਸਰਕਾਰ ਤੇ ਦਬਾਅ ਆ ਤਾਂ ਹੀ ਸਰਕਾਰ ਹਜੇ ਤੱਕ ਕੁਸਕਦੀ ਨਹੀਂ ਸੀ। ਸਰਕਾਰ ਦਾ ਕੀ ਕੰਮ ਆ? ਉੱਥੇ ਬੰਦੇ ਬੈਠੇ ਆ, ਮੰਨ ਲਓ ਅਸੀਂ ਲੱਖ ਬੰਦਾ ਵੀ ਬੈਠੇ ਆ, ਸਰਕਾਰ ਕੋਲ ਇੰਨੀ ਪਾਵਰ ਆ ਕਿ ਉਹ ਲੱਖ ਬੰਦਿਆਂ ਨੂੰ ਉੱਥੋਂ ਉਖਾੜ ਕੇ ਪਿੱਛੇ ਨੂੰ ਤੋੜ ਸਕਦੀ ਹੈ ਕਿ ਤੁਸੀਂ ਰਾਸਤਾ ਬਲੌਕ ਕਰਕੇ ਬੈਠੇ ਆ। ਸਰਕਾਰ ਨੂੰ ਵੀ ਪਤਾ ਆ ਕਿ ਸਾਤੋਂ ਹੋਇਆ ਗਲਤ ਕੰਮ ਆ ਇਹ, ਪਰ ਉਹਨਾਂ ਦੇ ਜਿਹੜੇ ਧੋਣ ਦੇ ਵਿੱਚ ਆਪਾਂ ਹੁਣ ਪੰਜਾਬੀ ਠੇਠ ਲੈਂਗੁਏਜ ਚਲੋ ਸਾਨੂੰ ਵਰਤ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਰਕਾਰਾਂ ਇਸੇ ਲਾਇਕ ਵਾ। ਉਹਨਾਂ ਦੀ ਧੋਣ 'ਚ ਕਿੱਲਾ ਇਹੀ ਆ ਕਿ ਇਹ ਇੱਥੇ ਰਹਿ ਕੇ ਬਹਿ ਕੇ ਪੈਸੇ ਖਤਮ ਕਰਕੇ ਵਾਪਸ ਮੁੜ ਜਾਣਗੇ। ਇਹੀ ਚੀਜ਼ ਸੋਚਦੀ ਆ ਸਰਕਾਰ ਕਿ ਇਹਨਾਂ ਦੇ ਬੰਦੇ ਟੁੱਟ ਜਾਣਗੇ ਪਿੱਛੋਂ, ਕਿ ਘਰਾਂ ਨੂੰ ਵਾਪਸ ਆ ਜਾਣਗੇ। ਇੱਦਾਂ ਦਾ ਕੁਛ ਨਹੀਂ ਆ। ਸਰਕਾਰਾਂ 'ਤੇ ਪੂਰਾ ਪ੍ਰੈਸ਼ਰ ਆ। ਸੰਯੁਕਤ ਕਿਸਾਨ ਮੋਰਚੇ ਦੇ ਆਉਣ ਵਾਲਿਆਂ ਦੇ ਸਮੇਂ ਦੇ ਨਾਲ ਨਾਲ ਵੱਖਰੀਆਂ ਵੱਖਰੀਆਂ ਕੋਲਾਂ ਆਉਂਦੀਆਂ ਰਹਿੰਦੀਆਂ, ਜਿਹਦੇ ਨਾਲ ਸਾਡਾ ਸੋਸ਼ਲ ਨੈਟਵਰਕ 'ਤੇ ਸਭ ਤੋਂ ਪਹਿਲਾਂ ਤੁਸੀਂ ਅਵੇਅਰ ਹੋ ਜਾਂਦੇ ਆ ਕਿ ਹੁਣ ਕੀ ਹੋਣਾ, ਕੀ ਬਣਨਾ, ਕੀ ਨਹੀਂ ਬਣਨਾ। ਅਤੇ ਇਸ ਸਿੱਧਾ ਕਰਕੇ ਸਰਕਾਰ 'ਤੇ ਪ੍ਰੈਸ਼ਰ ਇੰਨਾ ਜ਼ਿਆਦਾ ਆ ਕਿ ਉਹ ਚਾਹੁੰਦੀ ਆ ਕਿ ਇਸ ਡਿਸਪਿਊਟ ਨੂੰ ਆਪਾਂ ਜਲਦ ਤੋਂ ਜਲਦ ਹੱਲ ਕਰ ਲਈਏ, ਪਰ ਉਹਨਾਂ ਨੂੰ ਜ਼ਰੀਆ ਨਹੀਂ ਮਿਲ ਰਿਹਾ। ਜ਼ਰੀਆ ਇੱਦਾਂ ਨਹੀਂ ਮਿਲ ਰਿਹਾ, ਉਹ ਸੋਚਦੀਆਂ ਕਿ ਅਸੀਂ ਜੇ ਇੱਕਦਮ ਝੁਕ ਗਏ ਤਾਂ ਸਾਡੇ ਬਾਰੇ ਕੀ, ਅਕਸਰ 'ਚ ਇਹੀ ਉਹਨਾਂ ਦੇ ਇਹੀ ਆ ਕਿ ਸਾਡੇ ਬਾਰੇ ਕਹਿਣਗੇ ਕਿ ਸਰਕਾਰ ਝੁਕ ਗਈ, ਇਹ ਜਿੱਤ ਗਏ। ਇਹਦਾ ਹੱਲ ਹੋਣਾ ਚਾਹੀਦਾ। ਮੈਂ ਤਾਂ ਇਹੀ ਗੱਲ ਕਹਿਣਾ, ਹੱਲ ਇਹਦਾ ਹੋਣਾ ਚਾਹੀਦਾ, ਜਲਦ ਤੋਂ ਜਲਦ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ। ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕਰਕੇ MSP ਤੇ ਗਰੰਟੀ ਬਣਾ ਕੇ ਕਿਸਾਨਾਂ ਨੂੰ ਖੁਸ਼ਹਾਲੀ ਨਾਲ ਘਰ ਵਾਪਸ ਕਰਨਾ ਚਾਹੀਦਾ, ਕਿਉਂਕਿ ਸਾਲ ਹੋ ਜਾਣਾ 26 ਨਵੰਬਰ ਨੂੰ। ਹੁਣ 26 ਨਵੰਬਰ ਨੂੰ 1 ਸਾਲ ਪੂਰਾ ਹੋ ਜਾਣਾ ਦਿੱਲੀ ਬੈਠਿਆਂ ਨੂੰ। 2 ਸਾਲ ਸੰਘਰਸ਼, ਇੱਥੇ ਆਪਣੀਆਂ ਰੇਲਵੇ ਟਰੈਕ 2 ਮਹੀਨੇ ਵਿੱਚ ਰੇਲਵੇ ਟਰੈਕ ਵੀ ਰੋਕੇ ਆ। ਉਸ ਤੋਂ ਇਲਾਵਾ ਕੋਈ ਸੜਕਾਂ ਰੋਕੀਆਂ ਗਈਆਂ, ਕਿਸੇ ਨੇ ਕਿਤੇ ਧਰਨਾ ਲਾਇਆ, ਅਤੇ ਉਸ ਚੀਜ਼ ਨੇ ਸਰਕਾਰ ਨੂੰ ਪੂਰੇ ਪ੍ਰੈਸ਼ਰ 'ਚ ਲਿਆ ਕੇ ਰੱਖਿਆ ਹੋਇਆ। ਸਰਕਾਰ ਦੀ ਪਲ ਪਲ ਦੀ ਖਬਰ ਮੋਰਚੇ ਦੀ ਰੱਖਦੀ ਹੈ ਕਿ ਮੋਰਚੇ 'ਚ ਕੀ ਹੋ ਰਿਹਾ, ਕਿੰਨੀ ਸੰਖਿਆ ਮੋਰਚੇ 'ਚ, ਕੌਣ ਆਇਆ, ਕਿੰਨੀਆਂ ਗੱਡੀਆਂ ਆਈਆਂ, ਸਾਰੀਆਂ ਉਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਆ। 10 ਬੰਦਿਆਂ ਦੇ ਪਿੱਛੇ 5 ਬੰਦੇ CID ਸਰਕਾਰ ਛੱਡ ਕੇ ਰੱਖਦੀ ਹੈ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਸਰਕਾਰ ਹੁਣ ਚਾਹੁੰਦੀ ਹੈ ਵੀ ਉਹਨਾਂ 'ਤੇ ਦਬਾਅ ਆ ਪੂਰਾ, ਹੁਣ ਤੁਹਾਨੂੰ ਕਿੱਦਾਂ ਲੱਗਦਾ ਵੀ ਕਿ ਕਦੋਂ ਔਰ ਕਿਸ ਤਰ੍ਹਾਂ ਉਹ ਜਿਹੜੇ ਰੱਦ ਹੈ ਜੋ ਕਿਸਾਨਾਂ ਦੀ ਮੰਗ ਹੈ ਉਸੇ ਨੂੰ ਹੂਬਹੂ ਮੰਨ ਲਏਗੀ ਜਾਂ ਕੁਛ ਹੋਰ ਕੋਈ ਤਰੀਕਾ ਅਪਣਾਏਗੀ? ਜਿਸ ਤਰ੍ਹਾਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੇ ਤਰੀਕੇ ਅਪਣਾਏ, ਕਿਹਾ ਗਿਆ ਵੀ 2 ਸਾਲ ਡਿਲੇ ਕਰ ਦਿੰਦੇ ਆ ਜਾਂ 2 ਰੱਦ ਕਰ ਦਿੰਦੇ ਆ, ਇੱਦਾਂ ਦਾ ਕਿਹੜਾ ਉਹ ਤਰੀਕਾ ਲੈ ਕੇ ਆਏਗੀ, ਜਾਂ ਜੇ ਮੁੱਢੋਂ ਰੱਦ ਕਰੇਗੀ ਕਿਸ ਤਰ੍ਹਾਂ ਤੇ ਕਦੋਂ?
ਦੇਖੋ ਜੀ, ਖੇਤੀ ਕਾਨੂੰਨ ਤਾਂ ਆਪਾਂ ਰੱਦੇ ਕਰਾਉਣੇ ਆ ਜੀ। ਹੁਣ ਕਰ ਦਵੇ, 4 ਸਾਲ ਬਾਅਦ ਕਰ ਦਵੇ, ਸਾਲ ਤਾਂ ਹੋਈ ਗਿਆ, 3 ਸਾਲ ਕਹਿ ਲੈਨੇ ਆਪਾਂ ਹੁਣ, ਇਹ 3 ਸਾਲ ਬਾਅਦ ਕਰ ਦਵੇ, ਕਿਉਂਕਿ ਇਹ ਰੱਦ ਕਰਾ ਕੇ ਫਾਇਦਾ ਆ, ਹੋਲਡ ਰਖਾ ਕੇ ਇਹਨੂੰ ਕੋਈ ਫਾਇਦਾ ਨਹੀਂ ਜੀ। ਠੀਕ ਆ, ਹੋਲਡ ਰੱਖ ਦੋਗੇ, ਮੰਨ ਲਓ ਕੱਲ ਨੂੰ ਸਰਕਾਰ ਵੀ ਬਦਲ ਗਈ ਤੇ ਉਹ ਸਰਕਾਰ ਤੁਹਾਡੇ ਲਈ ਪਤਾ ਨਹੀਂ ਕਿੱਦਾਂ ਦੀ ਆਉਣੀ ਆ, ਕਿਉਂਕਿ ਲੋਕਾਂ ਦਾ ਕੰਮ ਆ ਸਰਕਾਰ ਚੁਣਨਾ। ਆਪਾਂ ਚੰਗੇ ਲੋਕ ਦੇਖ ਕੇ ਵੋਟ ਪਾ ਸਕਦੇ ਹਾਂ, ਤੁਹਾਨੂੰ ਪਾਣੀ ਵੀ ਚਾਹੀਦੀ ਆ, ਪਰ ਹੁਣ ਕਿਸੇ ਦਾ ਕੀ ਪਤਾ ਕਿ ਉਹ ਸਾਡੇ ਲਈ ਕੱਲ ਨੂੰ ਕਿੰਨੀ ਕੁ ਹਾਨੀਕਾਰਕ ਬਣ ਜਾਵੇ। ਪਰ ਸਰਕਾਰਾਂ ਦਾ ਕੰਮ ਆ, ਤੁਸੀਂ ਵਧੀਆ ਢੰਗ ਦੇ ਨਾਲ ਲੋਕਾਂ ਨਾਲ ਰਹੋ, ਲੋਕਾਂ ਨੂੰ ਜੋ ਚਾਹੀਦਾ ਉਹ ਦਿਓ, ਇਹ ਕੰਮ ਆ ਸਰਕਾਰਾਂ ਦਾ। ਇਹ ਕੰਮ ਨਹੀਂ ਆ ਕਿ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਨਹੀਂ ਤੁਸੀਂ ਉਹ ਧੱਕੇ ਨਾ ਦੇ ਦਿਓ। ਮੇਨ ਮੁੱਦਾ ਇੱਥੇ ਹੀ ਆ ਕਿ ਕਾਨੂੰਨ ਤਿੰਨੇ ਰੱਦ ਕਰਾ ਕੇ ਹੀ ਕਿਸਾਨ ਵਾਪਸ ਆਉਣਗੇ, MSP ਤੇ ਗਰੰਟੀ ਬਣਾ ਕੇ ਵਾਪਸ ਆਉਣਗੇ, ਕਿਉਂਕਿ ਇਹ ਪਹਿਲਾ ਮੁੱਦਾ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਕਿ ਆਪਾਂ ਰੱਦੇ ਹੀ ਕਰਾਉਣੇ ਆ, ਤੇ ਮੈਂ ਆਪਣੇ ਵੱਲੋਂ ਇਹੀ ਆਸ ਰੱਖਦਾ ਕਿ ਇਹ ਰੱਦ ਹੀ ਹੋਣੇ ਚਾਹੀਦੇ ਆ। ਨਹੀਂ, ਰੱਦ ਹੋਣੇ ਚਾਹੀਦੇ ਆ, ਕਿਉਂਕਿ ਅੱਜ ਤੱਕ ਸੰਯੁਕਤ ਮੋਰਚੇ ਦਾ ਵੀ ਹੈਗਾ ਆ। ਸਾਡੀ ਗੱਲ ਉੱਥੇ ਆ ਜਾਂਦੀ ਆ ਵੀ ਜਿਸ ਤਰ੍ਹਾਂ ਅਸੀਂ ਮੰਨ ਲਿਆ ਵੀ ਰੱਦ ਠੀਕ ਹੈ, ਜਿਸ ਤਰ੍ਹਾਂ ਹੁਣ ਖਬਰਾਂ ਵੀ ਆ ਰਹੀਆਂ ਵੀ ਸਰਕਾਰ ਰੱਦ ਕਰਨਾ ਚਾਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਵੀ ਕਹਿੰਦੇ ਆ ਵੀ ਮੌਕੇ ਦੀ ਭਾਲ 'ਚ ਹੁੰਦੀ ਹੈ, ਤਾਂ ਹੁਣ ਜਿਸ ਤਰ੍ਹਾਂ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੇ ਆ ਇਲੈਕਸ਼ਨ ਵੀ ਇਸ ਵੇਲੇ 2022 ਵਿਧਾਨ ਸਭਾ ਦੇ ਹੈਗੇ ਆ, ਉਸ ਤੋਂ ਬਾਅਦ 24 ਦੇ ਵਿੱਚ ਜਿਹੜੇ ਆ ਫਿਰ ਦੇਸ਼ ਦੇ ਵਿੱਚ ਇਲੈਕਸ਼ਨ ਵੀ ਹੈਗੇ ਆ। ਇਹ ਸਰਕਾਰ ਕਿਉਂਕਿ ਇਲੈਕਸ਼ਨ ਇੱਕ ਇੱਦਾਂ ਦਾ ਮੌਕਾ ਹੁੰਦਾ ਵੀ ਸਰਕਾਰ ਉਹਨੂੰ ਰੱਦ ਕਰਕੇ ਆਪਣੇ ਜਿਹੜਾ ਬਹੁਮਤ ਹੈ ਜਾਂ ਵੋਟ ਹੈ, ਜਿਹੜਾ ਵੋਟ ਬੈਂਕ ਹੈ, ਆਪਣੇ ਖਾਤੇ ਵਿੱਚ ਭੁਗਤਾ ਸਕਦੀ ਹੁੰਦੀ। ਇੱਦਾਂ ਦੀ ਵੀ ਕੁਝ ਹੋ ਸਕਦਾ ਹੁਣ? ਦੇਖੋ ਜੀ, BJP ਦਾ ਤਾਂ ਸਫਾਇਆ ਆ ਜੀ, ਇਹ ਗੱਲ ਤੁਹਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਆ। ਜਿੰਨਾ ਕੁ ਲੋਕਾਂ ਦਾ ਨਾਸ਼ ਇਸ ਸਰਕਾਰ ਨੇ ਕੀਤਾ ਹੁਣ ਤੱਕ, ਮੈਂ ਨਹੀਂ ਮੰਨਦਾ ਕਿਸੇ ਹੋਰ ਸਰਕਾਰ ਨੇ ਕੀਤਾ ਹੋਵੇ ਜੀ। ਦੇਖੋ, ਅਸੀਂ ਸਮੇਂ ਦੇ ਹਿਸਾਬ ਦੇ ਨਾਲ ਆਪਣੀਆਂ ਜ਼ਰੂਰਤਾਂ ਵਧਾ ਲੈਂਦੇ ਆ। ਹੁਣ ਸਮਾਂ ਬਹੁਤ ਐਡਵਾਂਸ ਆ, ਸਾਨੂੰ 2 ਕਿਲੋਮੀਟਰ ਤੱਕ ਜਾਣ ਦੇ ਲਈ ਵੀ ਅਸੀਂ ਸੋਚਦੇ ਹਾਂ ਕਿ ਅਸੀਂ 2 ਮਿੰਟ 1 ਮਿੰਟ 'ਚ ਹੀ ਪਹੁੰਚ ਜਾਈਏ, ਤਾਂ ਸਾਨੂੰ ਘਰੋਂ ਆਪਣਾ ਕੋਈ ਬਾਈਕ ਕੋਈ ਗੱਡੀ ਚੱਕਣੀ ਪੈਂਦੀ ਆ, ਅਸੀਂ ਚੱਕਦੇ ਹਾਂ, ਸਾਰੇ ਚੱਕਦੇ ਹਾਂ। ਉਹਨਾਂ 'ਚ ਜਿਹੜਾ ਤੇਲ ਪੈਂਦਾ ਉਹ ਤੁਹਾਨੂੰ ਪਤਾ ਕਿ ਕਿੰਨੀ ਕੁ ਐਵਰੇਜ ਹੁੰਦੀ ਆ ਚੀਜ਼ ਦੀ। ਹੁਣ ਕੋਈ ਆਮ ਬੰਦਾ 300 ਰੁਪਇਆ ਦਿਹਾੜੀ ਲੈ ਰਿਹਾ ਤੇ ਉਹ ਤੇਲ ਪਵਾ ਲੈਂਦਾ 100 ਰੁਪਏ ਦਾ, 110 ਰੁਪਏ ਲੀਟਰ ਤੋਂ ਪਿੱਛੇ ਨੂੰ ਤੇਲ ਮੁੜਿਆ। ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। 40 ਰੁਪਏ ਵਧਾ ਕੇ 15 ਰੁਪਏ ਘਟਾ ਦੇਣਾ। ਹਰ ਇੱਕ ਪਾਸਿਓਂ ਸਰਕਾਰ ਨੇ ਲੋਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੀ ਜੇਬ 'ਚ ਪੈਸਾ ਨਾ ਰਹੇ, ਲੋਕ ਗਰੀਬ ਹੋ ਜਾਣ, ਬੱਚੇ ਪੜ੍ਹ ਨਾ ਸਕਣ, ਅਨਪੜ੍ਹਤਾ ਆ ਜਾਵੇ ਭਾਰਤ ਦੇ ਵਿੱਚ। ਜੇ ਭਾਰਤ 'ਚ ਅਨਪੜ੍ਹਤਾ ਆਊਗੀ, ਆਪਣਾ ਯੂਥ ਪੜ੍ਹਿਆ ਲਿਖਿਆ ਨਹੀਂ ਹੋਊਗਾ, ਤਾਂ ਆਟੋਮੈਟਿਕ ਗੁਲਾਮ ਹੋਊਗਾ ਦੇਸ਼। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਸਰਕਾਰਾਂ ਦੇ ਕੰਮ ਕਰਨੇ ਦੇ ਤਰੀਕੇ ਦੀ, ਖਾਸ ਕਰਕੇ ਦੇਸ਼ ਦੇ ਸਰਕਾਰਾਂ ਦੀ, ਇਸ ਵੇਲੇ ਜੋ ਹੋ ਰਿਹਾ ਹੈ ਹਕੀਕਤ ਬਿਆਨ ਕੀਤੀ ਹੈ, ਚਾਹੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਤੁਸੀਂ। ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਜਿਹੜੇ ਸੰਯੁਕਤ ਮੋਰਚਾ ਹੈ, ਤੁਸੀਂ ਵੀ ਕਹਿੰਦੇ ਹੋ ਵੀ ਉਹ ਰੱਦ ਕਰਾਉਣਾ ਚਾਹੁੰਦੀ ਹੈ ਸਰਕਾਰ ਨੂੰ, ਤੁਸੀਂ ਆਪਾਂ ਮੌਕਾ ਵੀ ਨਹੀਂ ਦੇਣਾ ਚਾਹੁੰਦੇ, ਤਾਂ ਫਿਰ ਕਿਸ ਤਰ੍ਹਾਂ ਹੋਏਗਾ? ਕਿ ਸੰਯੁਕਤ ਮੋਰਚੇ ਨੂੰ ਕੋਈ ਆਪ ਚੋਣ ਮੈਦਾਨ 'ਚ ਉਤਰਨਾ ਪਏਗਾ ਤਾਂ ਹੱਲ ਹੋ ਸਕਦਾ, ਜਾਂ ਕੋਈ ਹੋਰ ਹੱਲ ਕੱਢਿਆ ਜਾਏਗਾ? ਦੇਖੋ, ਚੋਣ ਮੈਦਾਨ 'ਚ ਉਤਰਨਾ ਇੱਕ ਅਲੱਗ ਮੁੱਦਾ ਬਣ ਜਾਂਦਾ ਜੀ। ਸਾਡਾ ਮੋਟਿਵ ਇੱਥੇ ਰੱਦ ਕਰਾਉਣਾ ਖੇਤੀ ਕਾਨੂੰਨ, ਇਸ ਕਰਕੇ ਸਾਡੇ ਨਾਲ ਪੂਰਾ ਕਿਸਾਨ ਜੁੜਿਆ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੀ। ਜੇ ਆਪਾਂ ਇਸ ਚੀਜ਼ ਨੂੰ ਚੋਣ ਵੱਲ ਨੂੰ ਲੈ ਕੇ ਤੁਰ ਪਾਂਗੇ ਤੇ ਲੋਕਾਂ ਦਾ ਧਿਆਨ ਉਹਨੂੰ ਰੱਦ ਕਰਾਉਣ ਦੀ ਬਜਾਏ ਚੋਣਾਂ ਵੱਲ ਨੂੰ ਜ਼ਿਆਦਾ ਹੋ ਜਾਣਾ, ਇਹਦਾ ਨੁਕਸਾਨ ਹੋਊਗਾ। ਜੇ ਸਾਡੀ ਉੱਥੋਂ ਜਿੱਤ ਹੁੰਦੀ ਆ, ਅਸੀਂ ਰੱਦ ਕਰਾ ਕੇ ਆਉਂਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕੋਈ ਪਾਰਟੀ ਬਣਾਉਂਦਾ ਵੀ ਆ, ਤਾਂ ਉਸ ਚੀਜ਼ ਦਾ ਫਾਇਦਾ ਜ਼ਿਆਦਾ ਹੋਊਗਾ ਲੋਕਾਂ ਨੂੰ। ਪਰ ਜੇ ਹੁਣ ਐਦਾਂ ਹੀ ਇੱਕਦਮ ਇਹਦੇ ਵਿੱਚੋਂ ਪਾਰਟੀ ਕੱਢ ਕੇ ਬਣਾ ਦੇਈਏ, ਸਰਕਾਰ ਤਾਂ ਇਹ ਚੀਜ਼ ਕਹਿੰਦੀ ਹੈ ਕਿ ਇਹ ਪਾਰਟੀ ਬਣਾਉਣ ਆਏ ਹੋਏ ਆ, ਇਹ ਚੀਜ਼ ਆਪਾਂ ਨੂੰ ਸਮਝਣੀ ਚਾਹੀਦੀ ਆ। ਸਰਕਾਰ ਦਾ ਪਹਿਲੇ ਦਿਨ ਤੋਂ ਇਹੀ ਰਵੱਈਆ ਰਿਹਾ ਕਿ ਇਹ ਓਪੋਜੀਸ਼ਨ ਖੜੀ ਕਰਨਾ ਚਾਹੁੰਦੇ ਆ, ਅਲੱਗ ਸਰਕਾਰ ਦੇ ਖਿਲਾਫ ਪਾਰਟੀ ਬਣਾਉਣ ਲਈ ਬੈਠੇ ਆ, ਇਦਾਂ ਦਾ ਕੁਛ ਨਹੀਂ। ਮੇਰੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਮੇਨ ਧਿਆਨ ਵਾ ਉਹ ਪਹਿਲਾਂ ਇਹਨਾਂ ਕਾਨੂੰਨਾਂ ਵੱਲ ਦੇ ਕੇ ਇਹਨੂੰ ਰੱਦ ਕਰਾਉਣ ਵੱਲ ਦੇਣਾ ਚਾਹੀਦਾ। ਜੇ ਕਾਨੂੰਨ ਰੱਦ ਹੋ ਜਾਂਦੇ ਆ, ਇਲੈਕਸ਼ਨਾਂ ਦਾ ਮੁੱਦਾ ਤਾਂ ਚਲੋ ਆਉਣ ਵਾਲੇ ਸਮੇਂ 'ਚ ਆਈ ਜਾਣਾ, ਤਾਂ ਹੁਣ ਨਹੀਂ 4 ਸਾਲ ਬਾਅਦ ਫੇਰ ਆ ਜਾਣਗੀਆਂ, ਫੇਰ ਦੇਖ ਲੈਣਗੇ ਨਾ ਸੰਯੁਕਤ ਕਿਸਾਨ ਮੋਰਚੇ ਤੋਂ। ਪਰ ਮੇਰੇ ਹਿਸਾਬ ਨਾਲ ਜੇ ਆਪਾਂ ਹੁਣ ਇਲੈਕਸ਼ਨਾਂ ਬਾਰੇ ਨਾ ਸੋਚੀਏ ਤਾਂ ਚੰਗੀ ਗੱਲ ਆ। ਵੋਟ ਪਾਉਣ ਦਾ ਅਧਿਕਾਰ ਹਰ ਇੱਕ ਨੂੰ ਆ, ਹਰ ਕਿਸੇ ਬੰਦੇ ਨੇ ਵੋਟ ਪਾਉਣੀ ਆ। ਹੁਣ ਮੈਂ ਪਤਾ ਨਹੀਂ ਕਿਹਨੂੰ ਵੋਟ ਪਾਉਣੀ ਆ, ਤੁਸੀਂ ਵੀ ਵੋਟ ਪਾਉਣੀ ਆ। ਮੇਰੇ ਹਿਸਾਬ ਨਾਲ ਵੋਟ ਪਾਉਣੀ ਵੀ ਚਾਹੀਦੀ ਆ। ਇੱਕ ਚੰਗੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਆ, ਆਪਣੇ ਏਰੀਏ ਨੂੰ, ਕੋਈ ਪਾਰਟੀ ਦੇਖ ਕੇ ਵੋਟ ਨਹੀਂ ਪਾਉਣੀ ਚਾਹੀਦੀ। ਮੈਂ ਤਾਂ ਇਹੀ ਚੀਜ਼ ਕਹੂੰਗਾ। ਤੇ ਅਸੀਂ ਜੇ ਵੋਟਾਂ ਤੋਂ ਹੁਣ ਅਲੱਗ ਆ ਜਾਂਦੇ, ਸੰਯੁਕਤ ਮੋਰਚੇ ਦੀ ਤੁਸੀਂ ਗੱਲ ਕੀਤੀ ਆ ਵੀ ਆਪਣੀ ਵੀ ਤੁਸੀਂ ਰਾਏ ਦਿੱਤੀ ਹੈ, ਤਾਂ ਹੁਣ ਜਿਹੜਾ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਨੂੰ ਲੈ ਕੇ ਸਰਕਾਰ ਦੀਆਂ
ਆਪਣੀਆਂ ਪ੍ਰਪੋਜ਼ਲਾਂ ਹੈਗੀਆਂ ਆ ਸੰਯੁਕਤ ਮੋਰਚੇ ਨੂੰ, ਸੰਯੁਕਤ ਮੋਰਚੇ ਦਾ ਆਪਣਾ ਨਿਰਣਾ ਆ। ਤਾਂ ਹੁਣ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਦੇਖੀਏ ਤਾਂ ਹੁਣ ਪਿਛਲੇ ਸਮੇਂ ਤੋਂ ਜਾਂ ਕਹਿ ਲਈਏ ਵੀ ਕਿਸਾਨ ਆਪਣੀ ਜਿਹੜੀ ਫਸਲ ਦੀ ਕਟਾਈ ਔਰ ਵਾਢੀ 'ਚ ਜਿਹੜਾ ਜਾਂ ਬਿਜਾਈ 'ਚ ਬਿਜੀ ਸੀਗਾ, ਹੁਣ ਦੁਬਾਰਾ ਤੋਂ ਕਾਲ ਕੀਤੀ ਜਾ ਰਹੀ ਹੈ ਸੰਯੁਕਤ ਮੋਰਚੇ ਤੋਂ, ਨਵੇਂ ਐਲਾਨ ਵੀ ਆ ਰਿਹਾ। ਤਾਂ ਹੁਣ ਜਿਹੜਾ ਜਿੱਦਾਂ ਸੰਸਦ ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਦਾ ਹੁਣ ਨਵਾਂ ਜਿਹੜਾ ਐਕਸ਼ਨ ਕੀ ਹੈ ਸੰਯੁਕਤ ਮੋਰਚਾ ਦੇਣ ਜਾ ਰਿਹਾ ਤਾਂ ਜੋ ਜਿਹੜਾ ਹੋਰ ਦਬਾਅ ਪੈ ਸਕੇ ਸਰਕਾਰ 'ਤੇ? ਦੇਖੋ ਹੁਣ ਜਿਹੜਾ ਨਵਾਂ ਐਕਸ਼ਨ ਆ 26 ਤਰੀਕ ਨੂੰ ਆਪਾਂ ਨੂੰ ਸਾਲ ਹੋ ਜਾਣਾ ਉੱਥੇ ਸਰਹੱਦਾਂ ਤੇ ਬੈਠਿਆਂ ਨੂੰ। 700 ਤੋਂ ਪਲੱਸ ਕਿਸਾਨ ਸਾਡਾ ਸ਼ਹੀਦ ਵੀ ਹੋ ਚੁੱਕਾ ਹੈ, ਸਾਰਿਆਂ ਨੂੰ ਪਤਾ। ਬਹੁਤ ਮਾਇਨੇ ਰੱਖਦੀਆਂ ਉਹ ਜਾਨਾਂ। ਜੇ ਆਪਾਂ ਉੱਥੋਂ ਹਾਰ ਕੇ ਵਾਪਸ ਆਉਂਦੇ ਹਾਂ, ਉਹ ਸਾਡੇ ਲਈ ਬਹੁਤ ਮਾੜੀ ਗੱਲ ਆ, ਕਿਉਂਕਿ ਉਹ 700 ਸ਼ਹੀਦੀਆਂ ਦਾ ਕੋਈ ਮੁੱਲ ਨਹੀਂ ਪੈਣਾ, ਮੈਂ ਤਾਂ ਇਹੀ ਗੱਲ ਕਹੂੰਗਾ। ਪਰ ਜਿਹੜਾ ਹੁਣ ਐਕਸ਼ਨ ਸੰਯੁਕਤ ਕਿਸਾਨ ਮੋਰਚੇ ਨੇ ਆ ਪਿਛਲੇ 2 ਦਿਨਾਂ ਪਹਿਲਾਂ ਦਿੱਤਾ, ਬਹੁਤ ਵਧੀਆ ਐਕਸ਼ਨ ਦਿੱਤਾ ਇਹ 29 ਤਰੀਕ ਜਿਹੜੀ 29 ਨਵੰਬਰ ਨੂੰ, ਕਿ 500 ਕਿਸਾਨ ਪਾਰਲੀਮੈਂਟ ਕੂਚ ਕਰਨਗੇ ਟਰੈਕਟਰਾਂ ਦੇ ਉੱਤੇ ਰੋਜ਼, ਜਿੰਨੇ ਦਿਨ ਸੈਸ਼ਨ ਚੱਲੂਗਾ ਉਹ। ਤੇ ਟਿੱਕਰੀ ਬਾਰਡਰ ਵਾਲੀ ਸਾਈਡ ਤੋਂ ਟਿੱਕਰੀ ਤੋਂ ਜਾਣਗੇ ਉਹ, ਤੇ 500 ਕਿਸਾਨਾਂ ਦਾ ਜੱਥਾ ਡੇਲੀ ਜਾਊਗਾ ਉੱਥੇ। ਕਿਸਾਨਾਂ ਨੂੰ ਉਹ ਗ੍ਰਿਫਤਾਰ ਕਰ ਲੈਣ, ਕਿਸਾਨਾਂ ਨੂੰ ਮਾਰ ਦੇਣ, ਕਿਸਾਨਾਂ ਨੂੰ ਉੱਥੇ ਅੰਦੋਲਨ ਕਰਨ ਦੇ ਦੇਣ, ਉੱਥੇ ਬੈਠ ਜਾਣ ਕਿਸਾਨਾਂ ਨੂੰ। ਇਹ ਸਰਕਾਰ ਦਾ ਰਵੱਈਆ ਆ ਕਿ ਸਰਕਾਰ ਉਹਨਾਂ ਨੂੰ ਕੀ ਕਰਦੀ ਆ, ਕਿਉਂਕਿ ਕਿਸਾਨ ਘਰੋਂ ਨਿਕਲਿਆ ਹੀ ਇਸ ਚੀਜ਼ ਲਈ ਸੀ ਕਿ ਜਾਂ ਤਾਂ ਰੱਦ ਕਰਾ ਕੇ ਆਵਾਂਗੇ ਜਾਂ ਲੜ ਕੇ ਆਵਾਂਗੇ, ਜੇ ਨਹੀਂ ਵੀ ਕੁਝ ਬਣਦਾ ਮੁੜ ਕੇ ਨਹੀਂ ਅਸੀਂ ਆਉਂਦੇ। ਬਹੁਤ ਉੱਥੇ ਇੱਦਾਂ ਦੇ ਸਿਆਣੇ ਬਜ਼ੁਰਗ ਬੈਠੇ ਆ ਜਿਹੜੇ ਹਜੇ ਤੱਕ ਘਰਾਂ ਨੂੰ ਵਾਪਸ ਨਹੀਂ ਆਏ। ਮੈਂ ਇਸ ਮੁੱਦੇ ਦੇ ਨੌਜਵਾਨੀ ਨੂੰ ਅਪੀਲ ਕਰਨਾ ਚਾਹੁੰਦਾ ਕਿ 365 ਦਿਨ ਹੋ ਗਏ ਹੁਣ। 365 ਨੂੰ ਤੁਸੀਂ ਸਮਝੋ 3,65,000 ਬੰਦਾ 26 ਨਵੰਬਰ ਨੂੰ ਉੱਥੇ ਹੋਣਾ ਚਾਹੀਦਾ। ਇਹ ਬਹੁਤ ਬੜੀ ਗੱਲ ਆ। 365 ਦਿਨ ਤੇ 3,65,000 ਬੰਦਾ ਹੋਵੇ ਉੱਥੇ। ਤੇ ਸਾਰੇ ਆਪਣੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉਸ ਅੰਦੋਲਨ ਵੱਲ ਜਾਓ। ਤੁਹਾਡੇ ਕਰਕੇ ਸਾਡੇ ਬਾਬੇ ਉੱਥੇ ਬੈਠੇ ਆ, ਤੇ ਜਿੰਨਾ ਕੁ ਤੁਹਾਨੂੰ ਸਮਾਂ ਮਿਲਦਾ ਜ਼ਰੂਰ ਜਾਓ ਤੇ ਇਸ ਅੰਦੋਲਨ ਦਾ ਹਿੱਸਾ ਬਣੋ। ਤੇ 500 ਕਿਸਾਨਾਂ ਦੇ ਜੱਥੇ ਦੇ ਵਿੱਚ ਤੁਸੀਂ ਉਹਨਾਂ ਬਜ਼ੁਰਗਾਂ ਤੇ ਮੋਹਰੇ ਲਾ ਕੇ ਉਸ ਚੀਜ਼ ਨੂੰ ਲੀਡ ਕਰਦੇ ਅੱਗੇ ਜਾਓ। ਤੇ ਬਹੁਤ ਵਧੀਆ ਐਕਸ਼ਨ ਪਲਾਨ ਆ ਮੇਰੇ ਹਿਸਾਬ ਦੇ ਨਾਲ। ਜੋ ਇਹ ਪਲਾਨ ਆ ਇਹਦੇ ਨਾਲ ਸਰਕਾਰ ਤੇ ਬਹੁਤ ਬੜਾ ਦਬਾਅ ਆਊਗਾ। ਮੈਨੂੰ ਤਾਂ ਇੱਦਾਂ ਵੀ ਕੁਝ ਲੱਗਦਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਮੁੱਦਾ ਸਾਡਾ ਛੇਤੀ ਹੱਲ ਵੀ ਹੋ ਸਕਦਾ। ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਹੁਣ ਨਵੇਂ ਐਕਸ਼ਨ ਦੀ, ਜਿਸ ਤਰ੍ਹਾਂ ਪਿਛਲੀ ਵਾਰ ਆਪਾਂ ਜਿੱਥੋਂ ਸ਼ੁਰੂ ਗੱਲ ਕੀਤੀ ਸੀ ਕਿ ਪਿਛਲੀ ਵਾਰ ਸੈਸ਼ਨ ਦੇ ਬਰਾਬਰ ਜਿਹੜੀ ਸੰਸਦ ਦੇ ਬਰਾਬਰ ਸੰਸਦ ਸੈਸ਼ਨ ਚਲਾਇਆ ਗਿਆ, ਇਸ ਵਾਰ ਦਾ ਜਿਹੜਾ ਐਕਸ਼ਨ ਹੈ ਉਹ ਕੀ ਹੋਰ ਤਿੱਖਾ ਹੈਗਾ? ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਦੀ ਵੀ ਗੱਲ ਕੀਤੀ, ਕਿ ਪਿਛਲੇ ਜਿਹੜਾ ਅਸੀਂ ਐਕਸ਼ਨ ਕੀਤਾ ਸੀਗਾ ਸੰਸਦ ਬਰਾਬਰ ਸੰਸਦ, ਉਹਦੇ 'ਚ ਕਮੀਆਂ ਸੀਗੀਆਂ ਵੀ ਇਸ ਤਰ੍ਹਾਂ ਦਾ ਜ਼ਬਰਦਸਤ, ਜਿੱਦਾਂ ਬਹੁਤ ਸਾਰੇ ਨੌਜਵਾਨ ਜਥੇਬੰਦੀਆਂ ਦਾ ਕਹਿਣਾ ਵੀ ਸੀਗਾ ਵੀ ਜਿਹੜਾ ਤਿੱਖਾ ਹੋਣਾ ਚਾਹੀਦਾ ਸੰਘਰਸ਼, ਉਹਦਾ ਨਤੀਜਾ ਹੈ? ਦੇਖੋ ਐਕਸ਼ਨ ਤਿੱਖਾ ਨਹੀਂ ਹੁੰਦਾ, ਬੰਦੇ ਦੀ ਸੋਚ ਤਿੱਖੀ ਹੋਣੀ ਚਾਹੀਦੀ ਆ। ਥੋੜਾ ਕਰਕੇ ਬਹੁਤਾ ਮਿਲ ਜਾਵੇ ਤਾਂ ਬਹੁਤ ਬੜੀ ਗੱਲ ਆ। ਬਹੁਤਾ ਕਰਕੇ ਥੋੜਾ ਲੈ ਕੇ ਆਉਣਾ ਤਾਂ ਮਾੜੀ ਗੱਲ ਆ। ਹੁਣ ਅਸੀਂ ਖੇਡ ਦੇ ਮੈਦਾਨ 'ਚ ਉਤਰ ਜਾਈਏ, ਜਾ ਕੇ ਇੱਕਦਮ ਹਲਾ ਦਲਾ ਕਰ ਦਈਏ ਤਾਂ ਮੁੜ ਕੇ ਸਾਡਾ ਸਟੈਮੀਨਾ ਟੁੱਟ ਜਾਊਗਾ, ਅਸੀਂ ਹਾਰ ਕੇ ਬਹਿ ਜਾਾਂਗੇ। ਇਹਦੇ ਨਾਲ ਚੰਗਾ ਸਹਿਜੇ ਚੱਲ ਕੇ ਉਸ ਚੀਜ਼ ਨੂੰ ਸ਼ਾਰਪ ਕੀਤਾ ਜਾਵੇ ਤਾਂ ਉਹਦਾ ਨਤੀਜਾ ਵਧੀਆ ਨਿਕਲਦਾ ਹੁੰਦਾ। ਤੇ ਜਿਹੜਾ ਪਿਛਲਾ ਸੈਸ਼ਨ ਸੀਗਾ ਕਿਸਾਨਾਂ ਨੇ ਸੰਸਦ ਚਲਾਈ ਸੀਗੀ, ਜਿਹੜਾ ਪਿਛਲਾ ਪ੍ਰੋਗਰਾਮ ਰਿਹਾ ਬਹੁਤ ਬੜਾ, ਤੇ ਉਹਦਾ ਕੋਈ ਅਲੱਗ ਮੈਸੇਜ ਸੀਗਾ। ਉਹਦਾ ਅਲੱਗ ਮੈਸੇਜ ਇਹ ਸੀ ਕਿ ਜਿਹੜਾ ਦੇਸ਼ ਦਾ ਕਿਸਾਨ ਆ ਉਹ ਅੱਤਵਾਦੀ ਨਹੀਂ ਆ। ਦੇਸ਼ ਦਾ ਕਿਸਾਨ ਪੜ੍ਹਿਆ ਲਿਖਿਆ ਆ, ਕੋਈ ਅਨਪੜ੍ਹ ਨਹੀਂ ਖੇਤਾਂ 'ਚ ਖੇਤੀ ਕਰ ਰਿਹਾ। ਦੇਸ਼ ਦੇ ਕਿਸਾਨ ਨੂੰ ਸਰਕਾਰ ਨੂੰ ਸਮਝਾਉਣਾ ਵੀ ਆਉਂਦਾ ਤੇ ਦੇਸ਼ ਦੇ ਕਿਸਾਨ ਨੂੰ ਸਰਕਾਰ ਚਲਾਉਣੀ ਵੀ ਆਉਂਦੀ ਆ। ਇਹੀ ਚੀਜ਼ ਆਪਾਂ ਉੱਥੇ ਦੂਈ ਕੀਤੀ ਆ। ਤੇ ਇਹ ਇੱਕ ਇੱਦਾਂ ਦਾ ਮੈਸੇਜ ਸੀਗਾ ਕਿ ਕਿਸਾਨ ਬੈਠੇ ਸੀ ਤੇ ਲੀਡਰ ਉਹ ਡੀ ਦੇ ਬਾਹਰਲੀ ਸਾਈਡ ਖੜੇ ਹੋ ਕੇ ਤੁਹਾਨੂੰ ਦੇਖਦੇ ਸੀ, ਉਹ ਮਿਹਨਤਾਂ ਕਰਦੇ ਸੀ ਕਿ ਅਸੀਂ ਅੰਦਰ ਆ ਜਾਈਏ, ਪਰ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਸੀ। ਜਦੋਂ 200 ਕਿਸਾਨ ਦਾ ਜੱਥਾ ਉਦੋਂ ਜਾਂਦਾ ਸੀ, ਡੇਲੀ 200 ਕਿਸਾਨ ਜਾਂਦੇ ਸੀ, ਤੇ ਉਹਦੇ ਨਾਲ ਜਥੇਬੰਦੀਆਂ ਦੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਸੀ। 2 ਗੱਡੀਆਂ ਉਹਨਾਂ ਦੀਆਂ ਹੁੰਦੀਆਂ ਸੀ, ਕੋਈ ਅਬਜ਼ਰਵਰ ਦੀ ਡਿਊਟੀ ਹੁੰਦੀ ਹੈ, ਇੱਕ ਮੈਡੀਕਲ ਟੀਮ ਨੂੰ ਵੀ ਨਾਲ ਜਾਣਾ ਪੈਂਦਾ ਕਿ ਰਾਹ 'ਚ ਕੋਈ ਇਨਸੀਡੈਂਸ ਨਾ ਹੋ ਜਾਵੇ। ਤੇ ਉਹ ਇੱਕ ਪੂਰਾ ਪ੍ਰਬੰਧ ਕਰਦੇ ਸੀ। ਅਬਜ਼ਰਵਰ ਜਿਹੜੇ ਹੁੰਦੇ ਸੀ ਉਹਨਾਂ ਨੇ ਡੀ ਦੀ ਬਾਹਰਲੀ ਸਾਈਡ ਖੜ੍ਹ ਕੇ ਪਹਿਰਾ ਦਿੰਦੇ ਹੁੰਦੇ ਸੀ ਕਿ ਪੂਰੇ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰੀ ਬੰਦਾ, ਕੋਈ ਲੀਡਰ ਉਸ ਡੀ ਦੇ ਕੋਲ ਆਉਣ ਦੀ ਕੋਸ਼ਿਸ਼ ਨਾ ਕਰੇ, ਦੇਖੇ ਦੂਰੋਂ ਖੜ੍ਹ ਕੇ ਦੇਖੇ ਕਿ ਕਿਸਾਨ ਸੰਸਦ ਚਲਾਉਂਦੇ ਕਿੱਦਾਂ ਹੈ, ਕਿ ਕਿਸਾਨਾਂ ਦੀ ਸੰਸਦ ਹੈ ਕੀ ਆ। ਕਿ ਉਹ ਇੱਕ ਬਹੁਤ ਬੜਾ ਮੈਸੇਜ ਸੀਗਾ ਪੂਰੇ ਵਰਲਡ ਨੂੰ ਕਿ ਜੇ ਕਿਸਾਨ ਆਪਣੀ ਆਈ 'ਤੇ ਆ ਗਿਆ
ਹਰ ਇੱਕ ਚੀਜ਼ ਨੂੰ ਵਧੀਆ ਢੰਗ ਨਾਲ ਚਲਾਉਣਾ ਸਿਖਾ ਸਕਦਾ। ਇਹ ਜਿਸ ਤਰ੍ਹਾਂ ਤੁਸੀਂ ਜਿਹੜੀ ਪਹਿਲਾਂ ਸੰਸਦ ਲਾਈ ਗਈ ਸੀ ਉਹ 'ਚ ਵੀ ਅਹਿਮ ਭੂਮਿਕਾ ਨਿਭਾਈ ਹੈ, ਤਾਂ ਉਹਦਾ ਪੂਰਾ ਸਿਸਟਮ ਵੀ ਬਣਾ ਕੇ ਰੱਖਣ ਦੀ ਵੀ ਭੂਮਿਕਾ ਨਿਭਾਈ ਹੈ। ਹੁਣ ਜਿਹੜਾ ਇਹ ਐਕਸ਼ਨ ਹੈ ਥੋੜਾ ਤਿੱਖਾ ਵੀ ਲੱਗਦਾ ਆ, ਕਿਉਂਕਿ ਪਹਿਲਾਂ ਦੀ ਤਰ੍ਹਾਂ ਜਿੱਦਾਂ 26 'ਚ ਇੱਕ ਐਕਸ਼ਨ ਹੋਇਆ ਸੀਗਾ, ਉੱਥੇ ਬਹੁਤ ਸਾਰਾ ਜਿਹੜਾ ਬੈਕਫੁੱਟ ਤੇ ਵੀ ਆਉਣਾ ਪਿਆ। ਸਰਕਾਰ ਨੇ ਵੀ ਜਿਹੜਾ ਕਿਸਾਨਾਂ ਤੇ ਜਾਂ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀਗਾ, ਟਰੈਕਟਰ ਵੀ ਜਿਹੜੇ ਜ਼ਬਤ ਕਰ ਲਏ ਸੀਗੇ। ਹੁਣ ਉਸ ਜ਼ਾਬਤੇ ਨੂੰ ਤਾਂ ਜੋ ਜਿਹੜਾ ਸੰਘਰਸ਼ ਹੈ, ਜਿਹੜਾ ਐਕਸ਼ਨ ਹੈ, ਹੋਰ ਜਿਹੜਾ ਅਸਰਦਾਰ ਹੋਵੇ, ਇਹਦੇ ਲਈ ਉੱਥੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਹੈ ਜਾਂ ਰੱਖਿਆ ਜਾਏਗਾ? ਦੇਖੋ, ਸਭ ਤੋਂ ਬੜੀ ਗੱਲ ਇਹ ਆ ਕਿ ਇਸ ਅੰਦੋਲਨ ਦੇ ਵਿੱਚ ਜੋ ਕੁਝ ਵੀ ਹੋਇਆ, ਭਾਵੇਂ 26 ਜਨਵਰੀ ਵਾਲੀ ਹੋਵੇ, ਭਾਵੇਂ ਜਦੋਂ 26 ਨੂੰ ਆਪਾਂ ਨਵੰਬਰ ਨੂੰ ਇੱਥੋਂ ਚੱਲੇ ਸੀ ਉਦੋਂ ਵੀ ਆਪਾਂ ਬੈਰੀਕੇਡ ਤੋੜੇ ਆ, 26 ਜਨਵਰੀ ਨੂੰ ਵੀ ਬੈਰੀਕੇਡ ਤੋੜਨੇ ਪਏ। ਉਹ ਇੱਕ ਸਰਕਾਰ ਨੇ ਪਲੈਨਿੰਗ ਤਿਆਰ ਕਰ ਲਈ ਸੀ, ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਸੀਗਾ ਉਸ ਚੀਜ਼ ਨੂੰ ਪਲਾਨ ਕਰਨ ਦੇ ਲਈ। ਕੋਲ ਜ਼ਰੂਰ ਕਰਤੀ ਸੀ ਇੱਥੇ ਪੰਜਾਬ 'ਚ ਕਿ ਤੁਸੀਂ ਉੱਥੇ ਵੱਧ ਤੋਂ ਵੱਧ ਪਹੁੰਚੇ, ਪਰ ਉੱਥੇ ਜੋ ਲੋਕਾਂ ਦਾ, ਕਿਸਾਨਾਂ ਦੀ ਪਬਲਿਕ ਇਕੱਠੀ ਹੋ ਗਈ ਸੀ, ਉਹ ਇੱਕ ਕੰਟਰੋਲ ਤੋਂ ਬਾਹਰ ਹੈ, ਜਾਪਦੀ ਸੀ। ਇਹ ਚੀਜ਼ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਨਹੀਂ ਜਾਪਦੀ ਸੀ, ਪਰ ਉਹ ਜਾਪਦੀ ਸੀ। ਉੱਥੇ ਕੁਛ ਕੁ ਕਮੀਆਂ ਰਹੀਆਂ ਵੀ ਆ ਸੰਯੁਕਤ ਕਿਸਾਨ ਮੋਰਚੇ ਦੀਆਂ, ਪਰ ਜੇ ਉਹ ਚੀਜ਼ ਹੋਈ ਆ, ਉਸ ਚੀਜ਼ ਨੇ ਸਾਨੂੰ ਬਹੁਤ ਕੁਝ ਦੱਸਤਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਕੀ ਵਧੀਆ ਕਰ ਸਕਦੇ ਹਾਂ। ਜੇ ਉੱਦਾਂ ਦੀ ਚੀਜ਼ ਮੋਰਚੇ 'ਚ ਹੁੰਦੀ ਨਾ, ਅਸੀਂ ਸ਼ਾਇਦ ਹਜੇ ਵੀ ਪਤਾ ਨਹੀਂ ਕਿਹੜੇ ਚੱਕਰਾਂ 'ਚ ਉੱਥੇ ਬੈਠੇ ਰਹਿੰਦੇ, ਸ਼ਾਇਦ ਹੁਣ ਨੂੰ ਅਸੀਂ ਵਾਪਸ ਵੀ ਆ ਜਾਂਦੇ। ਉਹਨੇ ਸਿਖਾਤਾ ਕਿ ਸਰਕਾਰ ਕਿੱਥੇ ਤੱਕ ਸੋਚ ਸਕਦੀ ਹੈ ਤੇ ਸਰਕਾਰ ਨਾਲ ਕਿੱਦਾਂ ਲੜਿਆ ਜਾ ਸਕਦਾ। ਹਰ ਇੱਕ ਟਾਈਮ ਇਹੀ ਗੱਲ ਹੁੰਦੀ ਹੈ ਕਿ ਸ਼ਾਂਤਮਈ ਰਹੋ, ਸ਼ਾਂਤਮਈ ਰਹੋ, ਸ਼ਾਂਤਮਈ ਰਹਿ ਕੇ ਤੁਸੀਂ ਜਿੱਤਾਂਗੇ। ਇਹ ਗੱਲ 100% ਸੱਚ ਵਾ। ਜੇ ਆਪਾਂ ਸ਼ਾਂਤਮਈ ਬੈਠੇ ਆ, ਸਾਨੂੰ ਸੋਚਣ ਦਾ ਟਾਈਮ ਮਿਲਦਾ। ਦੇਖੋ ਹੁਣ ਕਿੰਨਾ ਵਧੀਆ ਆਲੇ ਦੁਆਲੇ ਮਾਹੌਲ ਆ, ਖੇਤਾਂ 'ਚ ਆਪਾਂ ਬੈਠੇ ਆ, ਸ਼ਾਂਤਮਈ ਆ, ਤੁਹਾਨੂੰ ਸਵਾਲ ਵੀ ਵਧੀਆ ਆਉਂਦੇ ਆ ਤੇ ਮੈਂ ਜਵਾਬ ਵੀ ਉਹਨਾਂ ਸਵਾਲਾਂ ਦਾ ਵਧੀਆ ਦੇ ਰਿਹਾ। ਸ਼ਾਂਤਮਈ ਸੋਚ ਰੱਖ ਕੇ ਇਹ ਚੀਜ਼ ਕੀਤੀ ਜਾ ਸਕਦੀ ਹੈ। ਹੁਣ ਸਾਡੇ ਆਲੇ ਦੁਆਲੇ ਕਰਾਊਡ ਹੋਵੇ, ਸਾਨੂੰ ਪਤਾ ਨਹੀਂ ਲੱਗਣਾ ਅਸੀਂ ਕੀ ਗੱਲ ਕਰਾਂਗੇ। ਇਸ ਅੰਦੋਲਨ ਨੂੰ ਸ਼ਾਂਤਮਈ ਚਲਾਉਣ ਦੇ ਲਈ ਸਹਿਜੇ ਜਿਹੜੇ ਸਟੈਪ ਰੱਖੇ ਆ ਸੰਯੁਕਤ ਕਿਸਾਨ ਮੋਰਚੇ ਨੇ, ਮੇਰੇ ਹਿਸਾਬ ਨਾਲ ਹੁਣ ਤੱਕ ਸਫਲ ਰਹੇ ਨੇ। ਜਿਹੜਾ 29 ਨਵੰਬਰ ਨੂੰ ਹੁਣ ਪ੍ਰੋਗਰਾਮ ਆਊਗਾ, ਇਹ ਵੀ ਸਫਲ ਰਹੂਗਾ। ਇਹ ਹਜੇ ਪ੍ਰੋਗਰਾਮ ਇੰਨਾ ਡਿਸਾਈਡ ਹੋਇਆ ਕਿ 500 ਕਿਸਾਨ ਜਾਊਗਾ, ਇੱਦਾਂ ਦਾ ਕੋਈ ਡਿਸਾਈਡ ਨਹੀਂ ਹੋਇਆ ਕਿ ਉਹਨਾਂ ਦੇ ਦੁਬਾਰਾ ਬਕਾਇਦਾ ਫਿਰ ਆਈਡੀ ਕਾਰਡ ਬਣ ਗਏ। ਜਿੱਦਾਂ ਉਹ ਆਈਡੀ ਕਾਰਡ ਪਿੱਛੇ ਬਣੇ ਸੀ 200 ਕਿਸਾਨਾਂ ਦੇ, ਇੱਕ ਆਧਾਰ ਕਾਰਡ ਦੇ ਪ੍ਰੂਫ ਲਾ ਕੇ ਆਈਡੀ ਕਾਰਡ ਬਣਦੇ ਸੀ, ਕਿ ਉਹਨਾਂ ਦੇ ਆਈਡੀ ਕਾਰਡ ਬਣ ਗਏ, ਉਹਨਾਂ ਦਾ ਰਿਕਾਰਡ ਬਣੂਗਾ ਕਿ ਉੱਥੇ ਕੀ ਪ੍ਰੋਗਰਾਮ ਕੀਤਾ ਜਾਊਗਾ। ਇਹਦੇ ਬਾਰੇ ਹਜੇ ਕੋਈ ਮੀਟਿੰਗ ਦੇ ਵਿੱਚ, ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਕੁਝ ਨਿਕਲ ਕੇ ਨਹੀਂ ਆਇਆ, ਬਟ ਆਉਣ ਵਾਲੇ ਸਮੇਂ 'ਚ ਆਸ ਰੱਖਦੇ ਹਾਂ। ਜਿੱਦਾਂ ਹੁਣ ਇੱਥੇ ਸਾਡੇ ਦੁਆਬੇ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਆ ਸਰਦਾਰ ਕੁਲਦੀਪ ਸਿੰਘ ਵਜੀਦਪੁਰ, ਦੁਆਬਾ ਕਿਸਾਨ ਯੂਨੀਅਨ ਪੰਜਾਬ ਦੇ। ਮੈਂ ਵੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਦੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਤੇ ਉਹਨਾਂ ਆਗੂ ਸਹਿਬਾਨ ਤੋਂ ਹਮੇਸ਼ਾ ਕੰਟੈਕਟ 'ਚ ਰਹਿਣਾ। ਮੈਨੂੰ 1 ਮਹੀਨਾ ਦੇ ਤਕਰੀਬਨ ਹੋ ਗਿਆ ਮੇਰੇ ਤੋਂ ਸੰਘਰਸ਼ 'ਚ ਨਹੀਂ ਜਾ ਪਾ ਰਿਹਾ, ਕਿਉਂਕਿ ਮੈਂ ਆਪਦੇ ਨਿੱਜੀ ਕੰਮਾਂ 'ਚ ਬਹੁਤ ਬਿਜੀ ਹਾਂ। ਤੇ ਉਹਨਾਂ ਨਾਲ ਕੰਟੈਕਟ 'ਚ ਰਹੀਦਾ, ਹਰ ਇੱਕ ਟਾਈਮ ਸ਼ਾਮ ਨੂੰ ਡੇਲੀ ਉਹਨਾਂ ਨੂੰ ਕਾਲ ਕਰਕੇ ਪੁੱਛਣਾ ਕਿ ਭਾਜੀ ਕੀ ਗੱਲਬਾਤ, ਕਿੱਦਾਂ ਹੁਣ ਬਣੂਗੀ, ਕੀ ਬਣਨਾ, ਕੀ ਗਾਹਾਂ ਕੀ ਸਟੈਪ ਲੈਣੇ ਆ। ਉਹਨਾਂ ਦੇ ਨਾਲ ਕੰਟੈਕਟ 'ਚ ਰਹੂੰਗਾ ਤੇ ਆਉਣ ਵਾਲੇ ਸਮੇਂ 'ਚ ਕੋਈ ਐਕਸ਼ਨ ਪਲਾਨ ਹੋਊਗਾ ਵਧੀਆ, ਤਾਂ ਉਹਦੇ ਬਾਰੇ ਫਿਰ ਆਪਾਂ ਕਿਸੇ ਦਿਨ ਬਹਿ ਕੇ ਉਸ ਸਿਲਸਿਲੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਕਿੱਦਾਂ ਕੀਤਾ ਜਾ ਸਕਦਾ, ਕਿ ਇਸ 500 ਬੰਦੇ ਦੇ ਸੈਸ਼ਨ ਨੂੰ ਕਿੱਦਾਂ ਚਲਾਉਣਾ ਤੇ ਕਿੰਨੇ ਬੰਦੇ ਉੱਥੇ ਕਿੰਨੇ ਦਿਨ ਸੈਸ਼ਨ ਚੱਲੂਗਾ, ਕਿੰਨੇ ਬੰਦੇ ਉੱਥੇ ਇਕੱਠੇ ਹੋ ਜਾਣਗੇ, ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀ ਹੋਊਗਾ, ਖਾਣ ਦਾ ਪ੍ਰਬੰਧ, ਇਹ ਪੂਰੀਆਂ ਚੀਜ਼ਾਂ ਡਿਸਾਈਡ ਕੀਤੀਆਂ ਜਾਣਗੀਆਂ ਚੱਲਣ ਤੋਂ ਪਹਿਲਾਂ। ਹਾਲ ਦੀ ਘੜੀ ਜਿਹੜੀ ਲੋਕਾਂ ਨੂੰ ਹੈ ਉਹ ਪੂਰੇ ਦੇਸ਼ ਤੋਂ ਸਿਰਫ ਕਾਲ ਹੀ ਆ ਉੱਥੇ ਆਉਣ ਦੀ, ਕਦੋਂ ਆਉਣਾ ਜਾਂ ਵਾਰੀ ਆਉਣਾ? ਦੇਖੋ ਆਉਣਾ ਨਹੀਂ ਆਉਣਾ, ਦੇਖੋ ਆਪਾਂ ਜਿਨ੍ਹਾਂ ਦੀਆਂ ਜ਼ਮੀਰਾਂ ਉਹ ਆਪ ਹੀ ਆਉਣਗੇ ਜੀ, ਕਿਸੇ ਨੂੰ ਧੱਕੇ ਨਾਲ ਆਪਾਂ ਲਿਜਾ ਨਹੀਂ ਸਕਦੇ। ਜਿਨ੍ਹਾਂ ਨੂੰ ਪਤਾ ਕਿ ਇਹਦੇ ਨੁਕਸਾਨ ਕੀ, ਉਹਨਾਂ ਨੇ ਪਹੁੰਚ ਹੀ ਜਾਣਾ ਜੀ। ਜੇ ਕੋਈ ਘਰਾਂ 'ਚ ਵੀ ਬੈਠਾ ਪਰ ਉਹਨਾਂ ਦਾ ਦਿਲ ਦਿਮਾਗ ਉੱਥੇ ਆ ਕਿ ਯਾਰ ਇਹ ਮੁੱਦਾ ਛੇਤੀ ਹੱਲ ਹੋਵੇ ਤੇ ਜਿਹੜੇ ਉੱਥੇ ਬੰਦੇ ਬੈਠੇ ਮੁੜ ਕੇ ਆਉਣ। ਕਿਸੇ ਨੂੰ ਲਿਆਉਣਾ, ਕਿਸੇ ਨੂੰ ਸੱਦਣਾ, ਇਹ ਕਿਸੇ ਇੱਕ ਨਿੱਜੀ ਬੰਦੇ ਦੇ ਹੱਥ 'ਚ ਨਹੀਂ, ਨਾ ਮੋਰਚੇ ਦੇ ਹੱਥ 'ਚ, ਪਰ ਕੋਲ ਜ਼ਰੂਰ ਆ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ। ਵੱਧ ਤੋਂ ਵੱਧ ਸਾਰੇ ਆ ਜਾਂਦੇ ਉਹਦੇ ਵਿੱਚ, ਕਿ ਸਾਰੇ ਪਹੁੰਚਣ ਜੀ। ਪਹੁੰਚਣਾ ਜ਼ਰੂਰੀ ਵੀ ਆ, ਕਿਉਂਕਿ ਉਸ ਅੰਦੋਲਨ ਨੂੰ ਮੈਨ ਪਾਵਰ ਦੀ ਲੋੜ ਆ ਤੇ ਜਿੰਨੀ ਮੈਨ ਪਾਵਰ ਹੋਊਗੀ ਉਨੇ ਕਿਸਾਨ ਸਟਰੋਂਗ ਜੀ। ਤੇ ਇਹ ਸਨ ਸਾਡੇ ਨਾਲ ਗਗਨਦੀਪ ਸਿੰਘ ਜੀ, ਜਿਨ੍ਹਾਂ ਨੇ ਪਿਛਲੀ ਜਦੋਂ ਸੰਸਦ ਦੇ ਬਰਾਬਰ ਜਦੋਂ ਸੰਸਦ ਲਾਈ ਗਈ ਤਾਂ ਉਹਨਾਂ ਨੇ ਡਿਪਟੀ ਸਪੀਕਰ ਦੀ ਜਿਹੜੀ ਭੂਮਿਕਾ ਨਿਭਾਈ ਸੀਗੀ, ਤੇ ਇਹਨਾਂ ਨੇ ਉਸ ਸੰਸਦ ਕਿਸ ਤਰ੍ਹਾਂ ਚਲਾਈ ਗਈ, ਇਹਨਾਂ ਨੇ ਕੀ ਭੂਮਿਕਾ ਨਿਭਾਈ,
ਕਿਸਾਨ ਉਹਦੇ ਨਾਲ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਏ, ਦੇਸ਼ ਦੇ ਉੱਤੇ ਦੁਨੀਆ ਦੇ ਉੱਤੇ ਉਸ ਦਾ ਕੀ ਅਸਰ ਗਿਆ, ਇਹਦੇ ਬਾਰੇ ਵਿਚਾਰ ਚਰਚਾ ਕੀਤੀ। 1 ਸਾਲ ਸੰਘਰਸ਼ ਨੂੰ ਹੋ ਚੁੱਕਿਆ, ਸੰਘਰਸ਼ ਕਿਸ ਤਰ੍ਹਾਂ ਪੜਾਅ ਦਰ ਪੜਾਅ ਜਿਹੜਾ ਸਰਕਾਰ ਤੇ ਕਿਸ ਤਰ੍ਹਾਂ ਦਬਾਅ ਬਣਾ ਪਾਇਆ, ਉਹਦੇ ਬਾਰੇ ਵੀ ਇਹਨਾਂ ਨੇ ਵਿਚਾਰ ਚਰਚਾ ਕੀਤੀ। ਤੇ ਹੁਣ ਸੰਯੁਕਤ ਮੋਰਚੇ ਦੇ ਕਿਸਾਨਾਂ ਦੇ ਸੈਂਟਰ ਸਰਕਾਰ ਦੇ ਖਿਲਾਫ ਨਵਾਂ ਐਕਸ਼ਨ ਜਿਹੜਾ ਕੀਤਾ ਜਾਣਾ ਹੈ, ਉਹਦੇ ਬਾਰੇ ਵੀ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਜਿਹੜਾ ਹੈ ਐਕਸ਼ਨ ਹੈ ਉਹ ਅਸਰਦਾਰ ਹੋਏਗਾ ਤੇ ਕਿਸ ਤਰ੍ਹਾਂ ਇਹਦੇ ਜਿਹੜੇ ਪੜਾਅਦਾਰ ਹੈ ਉਹ ਵੀ ਇੱਕ ਕਾਨੂੰਨ ਰੱਦ ਕਰਾਉਣ ਦਾ ਅਗਲਾ ਪੜਾਅ ਹੈ ਤੇ ਸਰਕਾਰ ਨੂੰ ਉਹਦੇ ਵਿੱਚ ਝੁਕਣਾ ਪਏਗਾ। ਇਹਨਾਂ ਦਾ ਇੱਥੇ ਤੱਕ ਵੀ ਕਹਿਣਾ ਹੈ ਸਰਕਾਰ ਤਾਂ ਝੁਕੀ ਪਈ ਹੈ, ਸਿਰਫ ਹੁਣ ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਵੀ ਰੱਦੇ ਕਿਸ ਤਰ੍ਹਾਂ ਕਰਨੇ ਆ। ਗਲਤੀ ਉਹ ਕਰ ਚੁੱਕੇ ਆ ਪਰ ਹੁਣ ਰਾਹ ਨਹੀਂ ਲੱਭਦਾ ਪਿਆ। ਇਹਨਾਂ ਦਾ ਕਹਿਣਾ ਹੈ ਜਿੱਥੇ ਇਹ ਕਿਸਾਨ ਦੇ ਪੁੱਤਰ ਨੇ ਉੱਥੇ ਇੱਕ ਪੇਸ਼ੇ ਵਜੋਂ ਵਕੀਲ ਵੀ ਨੇ, ਐਡਵੋਕੇਟ ਵੀ ਨੇ, ਕਾਨੂੰਨ ਦੇ ਦਾਅ ਵਿੱਚ ਵੀ ਜਾਣਦੇ ਨੇ, ਕਿਸਾਨ ਯੂਨੀਅਨ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਵੀ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਨੇ, ਕਿਸਾਨ ਮੋਰਚੇ ਤੇ ਵੀ ਜਾਂਦੇ ਰਹਿੰਦੇ ਨੇ। ਅੱਜ ਸਾਡੇ ਨਾਲ ਇੱਥੇ ਬੈਠ ਕੇ ਇਹਨਾਂ ਨੇ ਵਿਚਾਰ ਕੀਤੀ ਇਕੱਲੇ-ਇਕੱਲੇ ਮੁੱਦੇ ਦੇ ਉੱਤੇ, ਪੜਾਅ ਪੜਾਅ ਤੇ ਆਪਣੇ ਇਹਨਾਂ ਨੇ ਵਿਚਾਰ ਰੱਖਿਆ ਤੇ ਨਵੇਂ ਐਕਸ਼ਨ ਬਾਰੇ ਵੀ ਲੋਕਾਂ ਨੂੰ ਬੇਨਤੀ ਵੀ ਕੀਤੀ ਹੈ ਤੇ ਅਗਾਹ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਅਖੀਰ ਦੇ ਵਿੱਚ ਇਹਨਾਂ ਨੇ ਵੀ ਕਿਹਾ ਕਿ ਜਿਹੜੇ ਹੱਕਾਂ ਲਈ ਲੜਦੇ ਆ ਉਹਨਾਂ ਨੂੰ ਹਾਕ ਨਹੀਂ ਮਾਰਨੀ ਪੈਂਦੀ, ਉਹ ਖੁਦ ਪਹੁੰਚ ਜਾਂਦੇ ਆ। ਤੇ ਇਸੇ ਤਰ੍ਹਾਂ ਹੀ ਸੰਯੁਕਤ ਮੋਰਚੇ ਦਾ ਵੀ ਇਹੀ ਐਲਾਨ ਹੈ। ਹੁਣ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਿਸਾਨ ਸੰਘਰਸ਼ ਚੱਲਦਾ ਪਿਆ ਸੈਂਟਰ ਸਰਕਾਰ ਦੇ ਖਿਲਾਫ, 3 ਕਾਲੇ ਕਾਨੂੰਨਾਂ ਦੇ ਖਿਲਾਫ, ਕਿਸਾਨ ਮੋਰਚੇ ਦਾ ਹੁਣ ਤੱਕ ਇਹ ਕਹਿਣਾ ਹੈ ਵੀ ਇਹ ਹਰ ਹਾਲ ਰੱਦ ਹੀ ਹੋਣਗੇ, ਜਾਂ ਰੱਦ ਹੋਣਗੇ ਜਾਂ ਅਸੀਂ ਜਿੱਤਾਂਗੇ ਜਾਂ ਮਰਾਂਗੇ। ਇਸੇ ਹੀ ਜਿਹੜਾ ਹੁਣ ਨਵਾਂ ਪਲਾਨ ਵੀ ਇਸੇ ਹਾਕ ਦੇ ਵਿੱਚੋਂ, ਇਸੇ ਨਾਅਰੇ ਦੇ ਵਿੱਚੋਂ ਨਿਕਲ ਕੇ ਆ ਰਿਹਾ ਹੈ। ਹੁਣ ਇਹ ਸਮਾਂ ਦੱਸੇਗਾ ਆਉਣ ਵਾਲਾ ਵੀ ਸਰਕਾਰ ਦੇ ਇਹਦੇ ਨਾਲ ਕਿੰਨਾ ਕਿਹਦੇ ਤੇ ਅਸਰ ਹੁੰਦਾ ਤੇ ਕਿਸਾਨ ਕਿੰਨੇ ਕਿ ਆਪਣੇ ਮਿਸ਼ਨ ਦੇ ਵਿੱਚ ਸਫਲ ਹੁੰਦੇ ਨੇ। ਆਉਣ ਵਾਲਾ ਸਮਾਂ ਦੱਸੇਗਾ, ਸਮੇਂ ਦੀ ਗਰਭ 'ਚ ਹੈ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭਉ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅੰਮ੍ਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗੋਹਨ।